ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਿਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਾਝ ਮਹੱਲਾ ਤੀਜਾ। ਹਉ ਵਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ। ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 116 ਔਰ 17 ਦੇ ਉੱਪਰ ਸੁਭਾਇਮਾਨ। ਅੱਜ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਰਹਾਉ ਦੀ ਪੰਕਤੀ ਵਿੱਚ ਜੋ ਪ੍ਰਕਰਨ ਬਖਸ਼ਿਸ਼ ਕਰ ਰਹੇ ਉਹਦੇ ਵਿੱਚ ਮਾਲਕ ਜੀ ਸਭ ਤੋਂ ਪਹਿਲਾਂ ਕੁਰਬਾਨ ਜਾਣ ਦੀ ਬਾਤ ਕਰਦੇ ਹਾਂ। ਉਹਨਾਂ ਤੋਂ ਕੁਰਬਾਨ ਜਾਂਦੇ ਨੇ, ਉਹਨਾਂ ਤੋਂ ਵਾਰਨੇ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਸੱਚਾ ਨਾਮ ਵਸਾ ਲਿਆ। ਮਤਲਬ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪ੍ਰਭੂ ਜੀ ਕੀ ਯਾਦ ਨੂੰ, ਪ੍ਰਭੂ ਜੀ ਕੇ ਚਿੰਤਨ ਨੂੰ ਸਦੀਵ ਟਿਕਾ ਲਿਆ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਵਾਰਨੇ ਜਾਣਾ। ਫਿਰ ਨਾਲ ਜ਼ਿਕਰ ਕੀਤਾ, ਕਹਿੰਦੇ ਜਿਹੜੇ ਜੀਵ ਸੱਚ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ ਫਿਰ ਉਹ ਕਰਦੇ ਕੀ ਨੇ? ਕਹਿੰਦੇ ਸੱਚੇ ਨੂੰ ਸੇਵਦੇ ਨੇ। ਫਿਰ ਉਹ ਸੇਵਾ ਮਤਲਬ ਚੇਤੇ ਕਰਨਾ, ਉਹਨੂੰ ਯਾਦ ਕਰਨਾ। ਕਹਿੰਦੇ ਸੱਚ ਨੂੰ ਹੀ ਸੇਵਦੇ ਨੇ ਤੇ ਸੱਚ ਦੇ ਵਿੱਚ ਹੀ ਸਮਾਉਂਦੇ ਨੇ।
ਔਰ ਨਿਤਾ ਪ੍ਰਤੀ ਸੱਚੇ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ, ਸੱਚ ਨੂੰ ਆਰਾਧਦਿਆਂ ਹੋਇਆਂ, ਮਤਲਬ ਰੱਬ ਜੀ ਨੂੰ ਆਰਾਧਦਿਆਂ, ਸੱਚੇ ਦੇ ਗੁਣਾਂ ਨੂੰ ਗਾਉਂਦਿਆਂ, ਸੱਚ ਨੂੰ ਆਰਾਧਣ ਵਾਲੇ, ਸੱਚ ਦੇ ਗੁਣਾਂ ਨੂੰ ਗਾਉਣ ਵਾਲੇ ਸੱਚ ਦੇ ਵਿੱਚ ਹੀ ਸਮਾ ਜਾਂਦੇ ਨੇ। ਜਦੋਂ ਆਪਾਂ ਮਾਲਕ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਦਾ ਇੱਕ ਪਾਵਨ ਬਚਨ ਬੜਾ ਪਿਆਰਾ, ਜਿੱਥੇ ਮਾਲਕ ਜੀ ਜ਼ਿਕਰ ਕਰਦੇ ਆ, ਕਹਿੰਦੇ ਜੈਸੋ ਸੇਵੈ ਤੈਸੋ ਹੋਵੈ। ਜਿੱਦਾਂ ਦੇ ਦੀ ਆਰਾਧਨਾ ਕਰਦੇ ਹਾਂ, ਜਾਂ ਜੀਵ ਜਿਸ ਤਰ੍ਹਾਂ ਦੇ ਇਸ਼ਟ ਨੂੰ ਮੰਨਦਾ ਹੋਇਆ ਇਸ਼ਟ ਦੀ ਆਰਾਧਨਾ ਕਰਦਾ ਹੈ, ਉੱਦਾਂ ਦਾ ਉਹਦਾ ਮਨ, ਉਹਦੀ ਬਿਰਤੀ, ਉਹਦੀ ਸੋਚ ਬਣ ਜਾਂਦੀ ਹੈ। ਹੁਣ ਸੁਭਾਵਿਕ ਜਿਹੀ ਬਾਤ ਹੈ, ਜਿਨ੍ਹਾਂ ਨੇ ਝੂਠ ਨੂੰ ਆਰਾਧਿਆ ਉਹ ਮਨ ਕਰਕੇ ਵੀ ਝੂਠੇ ਹੋ ਗਏ, ਬਿਰਤੀ ਕਰਕੇ ਵੀ ਝੂਠੇ ਹੋ ਗਏ, ਤੇ ਝੂਠ ਦੇ ਵਿੱਚ ਹੀ ਸਮਾ ਗਏ। ਤੇ ਜਿਨ੍ਹਾਂ ਨੇ ਸੱਚ ਨੂੰ ਆਰਾਧਿਆ ਉਹ ਮਨ ਕਰਕੇ ਵੀ ਸੱਚੇ ਹੋ ਗਏ, ਉਹਨਾਂ ਨੇ ਜੀਵਨ ਕਰਕੇ ਵੀ ਸੱਚ ਨੂੰ ਪ੍ਰਾਪਤ ਕੀਤਾ, ਸੱਚ ਨੂੰ ਹਾਸਲ ਕੀਤਾ, ਔਰ ਸੱਚ ਦੇ ਵਿੱਚ ਹੀ ਉਹ ਜੀਵ ਸਮਾ ਜਾਂਦੇ, ਜਾਂ ਇਉਂ ਕਹਿ ਲਈਏ ਸੱਚ ਦਾ ਰੂਪ ਹੀ ਬਣ ਜਾਂਦੇ ਨੇ। ਕੌਣ? ਜਿਹੜੇ ਸੱਚ ਨੂੰ ਆਰਾਧ ਰਹੇ। ਸੱਚ ਤੋਂ ਭਾਵ ਇੱਥੇ ਪਰਮਾਤਮਾ, ਪਰਮੇਸ਼ਵਰ, ਹਰੀ, ਅਕਾਲ ਪੁਰਖ, ਕੋਈ ਲਫ਼ਜ਼ ਵਰਤ ਲਈ। ਗੁਰੂ ਸਾਹਿਬ ਜੀ ਕਹਿੰਦੇ, ਹਉ ਵਾਰੀ ਜੀਓ ਵਾਰੀ, ਮੈਂ ਕੁਰਬਾਨ ਹਾਂ ਉਹਨਾਂ ਤੋਂ ਵਾਰਨੇ ਹਾਂ। ਸੱਚਾ ਨਾਮ ਮਨ ਵਸਾਵਣੇ। ਜਿਨ੍ਹਾਂ ਨੇ ਸੱਚਾ ਨਾਮ ਆਪਣੇ ਮਨ ਵਿੱਚ ਵਸਾਉਣਾ ਕੀਤਾ, ਵਸਾ ਲਿਆ ਜਿਨ੍ਹਾਂ ਨੇ। ਸੱਚੇ ਸੇਵੈ, ਉਹ ਸੱਚ ਨੂੰ ਸੇਵਦੇ ਨੇ। ਸੱਚ ਸਮਾਵੈ, ਸੱਚ ਦੇ ਵਿੱਚ ਹੀ ਸਮਾ ਜਾਂਦੇ ਨੇ। ਔਰ ਸੱਚੇ ਕੇ ਗੁਣ ਗਾਵਣੇ ਆ, ਤੇ ਉਹ ਸਦੀਵ ਉਸ ਸੱਚੇ ਦੇ ਗੁਣਾਂ ਨੂੰ ਹੀ ਗਾਉਂਦੇ ਨੇ। ਰਹਾਉ ਦੀ ਪੰਕਤੀ ਵਿੱਚ ਜੋ ਪ੍ਰਕਰਨ ਸਾਹਿਬ ਦੇ ਰਹੇ, ਮਤਲਬ ਰੱਬ ਨੂੰ ਆਰਾਧਣ ਦੀ ਬਾਤ ਸਤਿਗੁਰੂ ਕਰ ਰਹੇ, ਸੱਚ ਨੂੰ ਧਿਆਉਣ ਦੀ ਬਾਤ ਕਰ ਰਹੇ, ਸੱਚ ਨੂੰ ਆਰਾਧਣ ਦੀ ਬਾਤ ਕਰ ਰਹੇ। ਕਿਉਂਕਿ ਸੱਚ ਨਾਲ ਲੱਗਾਂਗੇ ਤੇ ਸੱਚੇ ਬਣਾਂਗੇ, ਸੱਚ ਨਾਲ ਜੁੜਾਂਗੇ। ਹੁਣ ਜਿਹੜਾ ਸੱਚ ਬੋਲਦਾ ਉਹਨੂੰ ਹੀ ਸੱਚਾ ਕਿਹਾ ਜਾਂਦਾ ਨਾ ਸੰਸਾਰਕ ਤੌਰ ਦੇ। ਜਿਹੜਾ ਝੂਠ ਬੋਲੇ ਉਹਨੂੰ ਕੀ ਕਿਹਾ ਜਾਂਦਾ? ਵੀ ਇਹ ਤੇ ਝੂਠਾ ਹੈ, ਇਹ ਤੇ ਕੂੜ ਹੈ। ਹੁਣ ਮਾਲਕ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਸਾਹਿਬ ਜੀ ਨੇ ਕਿਹਾ ਵੀ ਸੱਚ ਨੂੰ ਆਰਾਧਣ ਵਾਲੇ ਸੱਚੇ ਨੇ, ਸੱਚ ਨੂੰ ਧਿਆਉਣ ਵਾਲੇ ਸੱਚੇ ਨੇ, ਸੱਚ ਦੇ ਨਾਲ ਜੁੜਨ ਵਾਲੇ ਆਪਣੇ ਜੀਵਨ ਅੰਦਰ ਸੱਚ ਬਣ ਜਾਂਦੇ ਨੇ। ਸੱਚ ਮਤਲਬ ਸਦੀਵ ਥਿਰ ਰਹਿਣ ਵਾਲੇ, ਸਦੀਵ ਥਿਰ ਰਹਿਣ ਵਾਲਾ। ਹੁਣ ਅਕਾਲ ਪੁਰਖ ਪਰਮੇਸ਼ਵਰ ਇੱਕ ਐਸੀ ਹਸਤੀ ਹੈ ਜਿਹਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਇੱਕ ਐਸੀ ਹਸਤੀ ਹੈ ਉਹ ਜਿਹਦੀ ਸਦੀਵ ਹੋਂਦ ਹੈ, ਉਹਦੀ ਕਦੇ ਅਣਹੋਂਦ ਨਹੀਂ ਬਣਦੀ ਜਾਂ ਅਣਹੋਂਦ ਹੁੰਦੀ ਨਹੀਂ। ਸੰਸਾਰ ਉੱਤੇ ਜੀਵ ਜੰਮਦੇ ਵੀ ਨੇ ਤੇ ਜੀਵ ਮਰਦੇ ਵੀ ਨੇ ਰੋਜ਼। ਕਈਆਂ ਦੀ ਹੋਂਦ ਵੀ ਬਣਦੀ ਹੈ ਤੇ ਕਈ ਅਣਹੋਂਦ ਵਿੱਚ ਵੀ ਜਾਂਦੇ ਨੇ। ਪਰ ਅਕਾਲ ਪੁਰਖ ਐਸਾ ਹੈ ਜਿਹਨੂੰ ਜੀਵਾਂ ਦੇ ਪੈਦਾ ਹੋਣ ਨਾਲ ਕੋਈ ਫਰਕ ਨਹੀਂ, ਤੇ ਜੀਵਾਂ ਦੇ ਚਲੇ ਜਾਣ ਨਾਲ, ਜੀਵਾਂ ਦੀ ਅਣਹੋਂਦ ਨਾਲ ਵੀ ਉਹਦੇ ਉੱਤੇ ਕੋਈ ਇਫੈਕਟ, ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਹਸਤੀ ਐਸੀ ਹੈ ਕਿ ਉਹ ਸਦੀਵ ਥਿਰ ਰਹਿਣ ਵਾਲੀ ਹੈ। ਜਿਵੇਂ ਆਪਾਂ ਇਉਂ ਕਹਿ ਲਈਏ ਕਿ ਸੂਰਜ ਆਕਾਸ਼ ਵਿੱਚ ਚੜ੍ਹਦਾ ਹੈ, ਆਕਾਸ਼ ਅੰਦਰ ਚੜ੍ਹਿਆ ਹੋਇਆ ਸੂਰਜ, ਉਹਦਾ ਕਰਮ ਹੈ ਕਿ ਸੰਸਾਰ ਉੱਤੇ, ਧਰਤੀ ਦੇ ਉੱਤੇ, ਸਮਾਜ ਦੇ ਉੱਤੇ ਉਹਨੇ ਆਪਣੀਆਂ ਕਿਰਨਾਂ ਦੇ ਨਾਲ ਰੌਸ਼ਨੀ ਪ੍ਰਗਟਾਉਣੀ ਹੈ, ਚਾਨਣ ਦੇਣਾ ਹੈ। ਤੇ ਉਹ ਚਾਨਣ ਬਖੇਰ ਰਿਹਾ ਹੈ, ਚਾਨਣ ਪਸਾਰ ਰਿਹਾ, ਉਹਦਾ ਕਰਮ ਹੈ, ਉਹਦਾ ਸੁਭਾਵ ਹੈ, ਰੱਬ ਜੀ ਵੱਲੋਂ ਬਣਾਇਆ। ਉਹਨੇ ਦੋਵੇਂ ਚੀਜ਼ਾਂ ਦੇਣੀਆਂ ਨੇ, ਉਹਨੇ ਤਪਸ਼ ਵੀ ਦੇਣੀ ਹੈ ਤੇ ਉਹਨੇ ਚਾਨਣ ਵੀ ਦੇਣਾ। ਹੁਣ ਆਪਾਂ ਕਹੀਏ ਵੀ ਮੈਂ ਸੂਰਜ ਅੱਗੇ ਜਾ ਕੇ ਤੇ ਉਹਨੂੰ ਆਖਾਂਗਾ ਵੀ ਸੂਰਜਾ ਤੂੰ
ਚਾਨਣ ਤੇ ਦਿਆ ਕਰ ਪਰ ਤੂੰ ਤਪਸ਼ ਨਾ ਦਿਆ ਕਰ। ਹੋ ਸਕਦਾ ਨਹੀਂ। ਜਾਂ ਸੂਰਜ ਨੂੰ ਕੋਈ ਥੱਲੇ ਧਰਤੀ ਤੇ ਬੈਠਾ, ਉਹ ਆਕਾਸ਼ ਵਿੱਚ ਹੈ, ਸਾਡੇ ਵਰਗਾ ਧਰਤੀ ਤੇ ਬੈਠਾ ਉਹਨੂੰ ਕਹੀ ਜਾਵੇ ਤੂੰ ਤੇ ਅੱਜ ਵੀ ਮਰਿਆ, ਤੂੰ ਤੇ ਕੱਲ ਵੀ ਮਰਿਆ, ਤੂੰ ਤੇ ਤੇਰਾ ਕੁਛ ਨਹੀਂ ਰਹਿਣਾ, ਕੱਖ ਵੀ ਤੇਰਾ ਨਹੀਂ ਬਣਨਾ। ਸੂਰਜ ਨੂੰ ਕੋਈ ਮਾੜਾ ਚੰਗਾ ਉਹਦੀ ਸਿਹਤ ਤੇ ਕੋਈ ਅਸਰ ਹੈ? ਉਹ ਵੱਖਰੀ ਗੱਲ ਹੈ। ਜਦੋਂ ਆਪਾਂ ਮਾਲਕ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵੀ ਸੂਰਜ ਵੀ ਘਟ ਰਿਹਾ, ਚੰਦਰਮਾ ਵੀ ਘਟ ਰਿਹਾ, ਧਰਤੀ ਵੀ ਘਟ, ਮਤਲਬ ਸੰਸਾਰ ਉੱਤੇ, ਸਮਾਜ ਉੱਤੇ ਜਿਹੜੀ ਵੀ ਵਸਤੂ ਹੈ ਉਹ ਘਟ ਰਹੀ ਹੈ। ਪਰ ਸਾਡੇ ਬੋਲਿਆਂ ਸੂਰਜ ਨੇ ਚੜ੍ਹਨਾ ਬੰਦ ਨਹੀਂ ਕਰ ਦੇਣਾ, ਜਾਂ ਸਾਡੇ ਬੋਲਿਆਂ ਸੂਰਜ ਨੇ ਕਿਰਨਾਂ ਪਸਾਰਨੀਆਂ ਬੰਦ ਨਹੀਂ ਕਰ ਦੇਣੀਆਂ, ਸਾਡੇ ਬੋਲਿਆਂ ਸੂਰਜ ਨੇ ਚਾਨਣ ਦੇਣਾ ਬੰਦ ਨਹੀਂ ਕਰ ਦੇਣਾ, ਸਾਡੇ ਬੋਲਿਆਂ ਸੂਰਜ ਨੇ ਤਪਸ਼ ਦੇਣੀ ਬੰਦ ਨਹੀਂ ਕਰ ਦੇਣੀ, ਜਾਂ ਸਾਡੇ ਬੋਲਿਆਂ ਸੂਰਜ ਨੇ ਧਰਤੀ ਤੇ ਨਹੀਂ ਆ ਜਾਣਾ। ਉਹ ਆਪਣੀ ਥਾਂ ਦੇ ਉੱਤੇ ਉੱਥੇ ਖੜਾ, ਉਹ ਰੱਬੀ ਹੁਕਮ ਵਿੱਚ, ਰੱਬੀ ਭਾਣੇ ਵਿੱਚ, ਰੱਬੀ ਰਜ਼ਾ ਦੇ ਵਿੱਚ, ਜੋ ਰੱਬ ਜੀ ਦਾ ਨਿਯਮ ਹੈ ਉਹਦੇ ਅਨੁਸਾਰੀ ਉਹ ਚੱਲ ਰਿਹਾ। ਥੱਲੇ ਧਰਤੀ ਤੇ ਬੈਠੇ ਜੋ ਮਰਜ਼ੀ ਕਹੀ ਜਾਈਏ। ਹੁਣ ਉੱਲੂ ਭਾਵੇਂ ਰੋਜ਼ ਉਹਨੂੰ ਅਪ ਸ਼ਬਦ ਬੋਲਦਾ ਹੋਵੇ, ਸੂਰਜ ਨੂੰ ਰੋਜ਼ ਕਿੰਨਾ ਕੁਛ ਆਖਦਾ ਹੋਵੇ, ਤੇ ਉੱਲੂ ਦੇ ਕਹਿਣ ਨਾਲ ਸੂਰਜ ਦੀ ਸਿਹਤ ਤੇ ਕੋਈ ਅਸਰ ਪਿਆ? ਨਹੀਂ। ਉੱਚੋ ਉਸੇ ਤਰ੍ਹਾਂ ਇਹ ਨਹੀਂ ਵੀ ਹੁਣ ਉੱਲੂ ਕਹਿੰਦਾ ਵੀ ਸੂਰਜਾ ਤੂੰ ਨਾ ਚੜਿਆ ਕਰ, ਤੇਰੇ ਚਾਨਣ ਨਾਲ ਮੈਂ ਅੰਨਾ ਹੋ ਜਾਣਾ, ਮੈਨੂੰ ਦਿਸਣਾ ਬੰਦ ਹੋ ਜਾਂਦਾ ਹੈ, ਤੂੰ ਨਾ ਆਇਆ ਕਰ, ਹਨੇਰਾ ਹੀ ਰਹਿਣ ਦੇ ਸਮਾਜ ਉੱਤੇ। ਤੇ ਉੱਲੂ ਦੀ ਸੁਣ ਕੇ ਕਦੇ ਸੂਰਜ ਚੜ੍ਹਨਾ ਬੰਦ ਹੋਇਆ? ਨਹੀਂ। ਉਹ ਫਿਰ ਚਾਨਣ ਪਸਾਰਦੇ ਆ, ਉਦੈ ਫੇਰ ਹੁੰਦਾ ਹੈ, ਫਿਰ ਸ਼ਾਮਾਂ ਨੂੰ ਅਸਤ ਹੋ ਜਾਂਦਾ ਹੈ, ਫਿਰ ਅਗਲਾ ਦਿਨ ਚੜ੍ਹਦਾ, ਧਰਤੀ ਦਾ ਚੱਕਰ ਲਾ ਕੇ ਫਿਰ ਉਹ ਆਪਣੀ ਦਿਸ਼ਾ ਤੇ ਆ ਜਾਂਦਾ ਹੈ, ਫਿਰ ਚਾਨਣ ਜਿਹੜਾ ਧਰਤੀ ਜਦੋਂ ਘੁੰਮ ਕੇ ਆਪਣਾ ਚੱਕਰ ਪੂਰਾ ਕਰ ਲੈਂਦੀ ਸੂਰਜ, ਫਿਰ ਉਦੈ ਹੋ ਜਾਂਦਾ। ਇਸ ਤਰੀਕੇ ਉਹ ਪ੍ਰਕਰਨ ਰੱਬ ਜੀ ਦੇ ਬਣਾਏ ਨਿਯਮ ਚੱਲ ਰਹੇ, ਉਹਦੀ ਸਿਹਤ ਤੇ ਕੋਈ ਅਸਰ ਨਹੀਂ। ਇਸੇ ਤਰ੍ਹਾਂ ਪਰਮੇਸ਼ਵਰ ਹੈ, ਉਹ ਇੱਕ ਸੂਰਜ ਰੂਪ ਹੈ, ਉਹ ਇੱਕ ਪ੍ਰਕਾਸ਼ ਰੂਪ ਹੈ, ਇੱਕ ਚਾਨਣ ਸਰੂਪ ਹੈ। ਤੇ ਜੇ ਕੋਈ ਚੰਦਕ ਬੰਦੇ ਰੱਬ ਨਾਲੋਂ ਟੁੱਟੇ ਰੱਬ ਨੂੰ ਆਖਣ ਲੱਗ ਜਾਣਗੇ ਅਸੀਂ ਤੇਰੀ ਹੋਂਦ ਨਹੀਂ ਮੰਨਦੇ, ਜਿਵੇਂ ਸੂਰਜ ਦੀ ਸਿਹਤ ਉੱਤੇ ਕੋਈ ਅਸਰ ਨਹੀਂ, ਉਸੇ ਤਰ੍ਹਾਂ ਉਹਨਾਂ ਮਨੁੱਖਾਂ ਦੇ ਕਿਹਾ ਵੀ ਰੱਬ ਉੱਤੇ ਕੋਈ ਅਸਰ ਨਹੀਂ ਪੈਣਾ। ਜੋ ਮਰਜ਼ੀ ਆਖੀ ਜਾਈਏ, ਜੇ ਉੱਲੂ ਦੇ ਕਿਹਾ ਸੂਰਜ ਨੂੰ ਕੋਈ ਪ੍ਰਭਾਵ ਨਹੀਂ, ਤੇ ਫਿਰ ਰੱਬ ਨਾਲ ਟੁੱਟਿਆਂ ਦੇ ਆਖਿਆਂ ਰੱਬ ਨੂੰ ਮਾੜਾ ਚੰਗਾ ਤੇ ਕੀ ਪ੍ਰਭਾਵ ਪਏਗਾ? ਹਾਂ, ਇੰਨਾ ਜ਼ਰੂਰ ਹੈ, ਅਕਾਲ ਪੁਰਖ ਪਰਮੇਸ਼ਵਰ ਨੂੰ ਅਸੀਂ ਚੰਗਾ ਕਹੀਏ, ਲਾਭ ਸਾਡਾ ਹੈ, ਕਿਸੇ ਹੋਰ ਦਾ ਨਹੀਂ। ਅਕਾਲ ਪੁਰਖ ਪਰਮੇਸ਼ਵਰ ਨੂੰ ਅਸੀਂ ਮਾੜਾ ਆਖੀਏ ਤੇ ਨੁਕਸਾਨ ਉਹਦਾ ਨਹੀਂ ਹੋਣਾ, ਨੁਕਸਾਨ ਸਾਡਾ ਹੋਣਾ। ਬਾਪੂ ਜੀ ਇੱਕ ਬਚਨ ਬੜਾ ਪਿਆਰਾ ਕਰਦੇ, ਜਿੱਥੇ ਸਾਹਿਬ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ, ਵੀ ਸਾਰੀ ਦੁਨੀਆ ਸਲਾਹ ਕਰ ਲੇ ਵੀ ਆਓ ਭਾਈ ਆਪਾਂ ਰੱਬ ਦੀ ਵਡਿਆਈ ਕਰਨੀ, ਇਕੱਠੇ ਹੋ ਜਾਣ, ਤੇ ਫਿਰ ਕਹਿੰਦੇ ਵੀ ਵੱਡਾ ਨਾ ਹੋਵੇ, ਵੀ ਹੁਣ ਸਾਰਾ ਸੰਸਾਰ ਉਹਨੂੰ ਆਖੇ ਵੀ ਆਓ ਭਾਈ ਆਪਾਂ ਰੱਬ ਦੀ ਆਓ ਸ਼ੋਭਾ ਕਰੀਏ, ਵਡਿਆਈ, ਤੇ ਉਹਨੇ ਉਹ ਸੰਸਾਰ ਦੇ ਕਹਿਣ ਨਾਲ ਵੱਡਾ ਥੋੜੀ ਹੋ ਜਾਣਾ। ਉਹ ਆਪਣੀ ਹਸਤੀ 'ਚ ਉਸੇ ਤਰ੍ਹਾਂ ਪਰਿਪੂਰਨ ਹੈ। ਫਿਰ ਉਹੀ ਬੰਦੇ ਇਹ ਮਸ਼ਵਰਾ ਪਕਾ ਲੈਣ ਵੀ ਅੱਜ ਤੋਂ ਬਾਅਦ 'ਚ ਆਪਾਂ ਰੱਬ ਦੀ ਵਡਿਆਈ ਨਹੀਂ ਕਰਨੀ, ਹੁਣ ਆਪਾਂ ਰੱਬ ਦੀ ਜਿਹੜੀ ਨਾ ਉਹ ਸ਼ੋਭਾ ਕਰਨ ਦੀ ਬਜਾਏ, ਰੱਬ ਦੀ ਵਡਿਆਈ ਕਰਨ ਦੀ ਬਜਾਏ, ਰੱਬ ਦਾ ਜਸ ਗਾਉਣ ਦੀ ਬਜਾਏ ਆਪਾਂ ਆਪ ਜਸ ਕਰਿਆ ਕਰਾਂਗੇ, ਆਪਾਂ ਸ਼ੋਭਾ ਨਹੀਂ ਕਰਨੀ, ਆਪਾਂ ਸ਼ੋਭਾ ਤੋਂ ਉਲਟ ਗਾਵਾਂਗੇ। ਹੁਣ ਉਹਨਾਂ ਦੇ ਆਖਣ ਨਾਲ ਘਾਟ ਨਾ ਜਾਏ, ਉਹਨੇ ਘੱਟ ਵੀ ਨਹੀਂ ਹੋਣਾ, ਉਹ ਆਪਣੀ ਹਸਤੀ 'ਚ ਉਦੋਂ ਵੀ ਪਰਿਪੂਰਨ ਹੈ। ਤੇ ਸਤਿਗੁਰੂ ਕਹਿੰਦੇ ਮੈਂ ਉਹਨਾਂ ਜੀਵਾਂ ਤੋਂ ਕੁਰਬਾਨ ਜਾਨਾ ਜਿਨ੍ਹਾਂ ਜੀਵਾਂ ਨੇ ਸੱਚ ਨੂੰ ਆਪਣੀ ਜ਼ਿੰਦਗੀ 'ਚ ਅਪਣਾ ਲਿਆ, ਆਪਣੇ ਜੀਵਨ 'ਚ ਅਪਣਾ ਲਿਆ। ਮਤਲਬ ਸੱਚ ਨੂੰ ਆਪਣੇ ਜੀਵਨ ਦਾ ਇੱਕ ਅੰਗ ਬਣਾ ਲਿਆ, ਐਸਾ ਅੰਗ ਬਣਾਇਆ, ਉਹ ਅੰਗ ਬਣਾਇਆ ਜਿਸ ਅੰਗ ਤੋਂ ਹੁਣ ਵੱਖ ਹੋ ਕੇ ਰਿਹਾ ਨਹੀਂ ਜਾ ਸਕਦਾ। ਜਿਵੇਂ ਸਾਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਗਿਆਨ ਇੰਦਰੇ, ਕਰਮ ਇੰਦਰੇ ਦੇ ਕੇ ਨਿਵਾਜੇ ਨੇ। ਹੁਣ ਸਾਡੇ ਸਰੀਰਕ ਅੰਗ ਨੇ, ਇਹਨਾਂ ਸਾਰੇ ਅੰਗਾਂ ਦੀ ਸਾਡੀ ਬਾਡੀ ਨੂੰ, ਸਾਡੇ ਸਰੀਰ ਨੂੰ ਇੱਕ ਆਦਤ ਹੈ, ਇੱਕ ਵੀ ਅੰਗ ਸਾਡੀ ਕਾਇਆ ਤੋਂ ਵੱਖਰਾ ਹੋ ਜਾਏ ਤੇ ਉਸ ਅੰਗ ਦੀ ਅਣਹੋਂਦ ਨੂੰ ਕਬੂਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤੇ ਉਹ ਅੰਗ ਜਿਹੜੀ ਆਦਤ ਪਈ ਹੋਈ ਹੈ, ਜਦੋਂ ਉਹ ਸਰੀਰ ਨਾਲੋਂ ਵੱਖਰਾ ਹੁੰਦਾ ਹੈ ਤੇ ਉਹਦੇ ਵੱਖਰੇ ਹੋਣ ਦੀ ਆਦਤ ਪਾਉਣ ਲੱਗਿਆਂ ਇਨਸਾਨ ਨੂੰ ਕਿੰਨਾ ਸਮਾਂ ਲੰਘ ਜਾਂਦਾ।
ਉਹਦੀ ਹਸਤੀ ਨੂੰ ਅਣਹੋਂਦ ਵਿੱਚ ਪ੍ਰਵਾਨਣਾ। ਜਿਵੇਂ ਸੌਖੇ ਜੇ ਹੁਣ ਦੋ ਹੱਥ ਨੇ ਪਰਮੇਸ਼ਵਰ ਨੇ ਦੇ ਕੇ ਨਿਵਾਜੇ, ਇਹਨਾਂ ਦੋਵਾਂ ਹੱਥਾਂ ਦੀ ਸਾਨੂੰ ਆਦਤ ਹੈ, ਰੱਬ ਨਾ ਕਰੇ ਕਿਸੇ ਕਾਰਨ ਕਰਕੇ ਇੱਕ ਹੱਥ ਸਾਡਾ ਚਲਾ ਜਾਏ ਤੇ ਉਹਦੀ ਅਣਹੋਂਦ ਨੂੰ ਪ੍ਰਵਾਨਣਾ ਕਿੰਨਾ ਮੁਸ਼ਕਲ ਹੈ। ਹੱਥ ਤੇ ਬੜੀ ਦੂਰ ਦੀ ਗੱਲ ਹੈ, ਸਾਡੇ ਸਰੀਰ ਨੂੰ ਪਰਮੇਸ਼ਵਰ ਨੇ ਹੱਥ ਨੂੰ 5 ਉਂਗਲਾਂ ਦੇ ਕੇ ਨਵਾਜੀਆਂ ਨੇ। ਇਹਨਾਂ 5 ਚੋਂ ਜੇ ਇੱਕ ਉਂਗਲ ਵੀ ਕਿਤੇ ਚਲੀ ਜਾਏ ਨਾ ਤੇ ਉਸ ਉਂਗਲ ਦੀ ਅਣਹੋਂਦ ਪ੍ਰਵਾਨਣ ਲੱਗਿਆਂ ਕਿੰਨਾ ਸਮਾਂ ਲੰਘ ਜਾਂਦਾ, ਨਹੀਂ ਪ੍ਰਵਾਨੀ ਜਾਂਦੀ। ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਨ੍ਹਾਂ ਜੀਵਾਂ ਨੇ ਸੱਚ ਨੂੰ ਆਪਣੇ ਜੀਵਨ ਦਾ ਇੱਕ ਐਸਾ ਅੰਗ ਬਣਾ ਲਿਆ, ਜਿਹੜੇ ਸੱਚ ਨੂੰ ਹੀ ਸੇਵਦੇ ਨੇ, ਸੱਚ ਨੂੰ ਹੀ ਆਰਾਧਦੇ ਨੇ, ਸੱਚੇ ਦੇ ਗੁਣਾਂ ਨੂੰ ਹੀ ਗਾਉਂਦੇ ਨੇ ਔਰ ਸੱਚੇ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਸੱਚ ਦੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ ਨੇ। ਮੈਂ ਉਹਨਾਂ ਜੀਵਾਂ ਤੋਂ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਕੁਰਬਾਨ ਜਾਂਦਾ ਹਾਂ। ਐਥੇ ਸਾਚੇ ਸੋ ਆਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ। ਸੱਚਾ ਸੇਵਹਿ ਸੱਚ ਕਮਾਵਹਿ, ਸੱਚੋ ਸੱਚ ਕਮਾਵਣਿਆ। ਫਿਰ ਆਖਿਆ ਐਥੇ ਸਾਚੇ ਸੋ ਆਗੇ ਸਾਚੇ। ਹੁਣ ਇੱਥੇ ਆਪਾਂ ਕਹਿ ਸਕਦੇ ਹਾਂ ਜਿਹੜੇ ਜੀਵ ਲੋਕ ਵਿੱਚ ਸੱਚੇ ਨੇ, ਲੋਕ ਵਿੱਚ ਸੱਚੇ ਕਿਹੜੇ? ਜਿਨ੍ਹਾਂ ਨੇ ਲੋਕ ਵਿੱਚ ਆਪਣਾ ਆਪਾ ਸੱਚੇ ਨਾਲ ਜੋੜਿਆ। ਉਹੀ ਜੀਵ ਪਰਲੋਕ ਦੇ ਵਿੱਚ ਸੱਚੇ ਨੇ। ਪਰਲੋਕ ਰੱਬੀ ਦਰ ਕਹਿ ਲਓ, ਰੱਬੀ ਦਰਗਾਹ ਕਹਿ ਲਓ, ਉੱਥੇ ਵੀ ਸੱਚੇ ਉਹੀ ਨੇ। ਜਿਨ੍ਹਾਂ ਨੇ ਝੂਠ ਕਮਾਇਆ ਉਹ ਲੋਕ ਵਿੱਚ ਵੀ ਝੂਠੇ ਤੇ ਪਰਲੋਕ ਵਿੱਚ ਵੀ ਝੂਠੇ। ਜਿਨ੍ਹਾਂ ਨੇ ਇੱਥੇ ਰਹਿੰਦਿਆਂ ਸੱਚ ਕਮਾਇਆ ਉਹ ਰੱਬ ਦੀ ਦਰਗਾਹ ਵਿੱਚ ਵੀ ਸੱਚੇ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸੱਚ ਕਮਾਇਆ, ਸੱਚ ਦਾ ਸਹਾਰਾ ਲਿਆ, ਸੱਚ ਦਾ ਆਸਰਾ ਲਿਆ, ਉਹ ਗੁਰੂ ਕੀਆਂ ਨਜ਼ਰਾਂ ਵਿੱਚ ਵੀ ਸੱਚੇ ਹੋ ਗਏ। ਤੇ ਜਿਹੜੇ ਆਪਣੀ ਜ਼ਿੰਦਗੀ 'ਚ ਸੱਚ ਦਾ ਆਸਰਾ ਲੈ ਹੀ ਨਾ ਸਕੇ, ਉਹ ਗੁਰੂ ਕੀਆਂ ਨਜ਼ਰਾਂ 'ਚ ਸੱਚੇ ਕਿੱਥੋਂ ਹੋਣਗੇ? ਸੱਚੇ ਤੇ ਉਹ ਨੇ ਨਾ ਜਿਨ੍ਹਾਂ ਸੱਚ ਦਾ ਆਸਰਾ ਲਿਆ। ਸੱਚ ਦਾ ਆਸਰਾ ਭਾਵ ਪਰਮੇਸ਼ਵਰ ਦਾ। ਗੁਰੂ ਦੀਆਂ ਨਜ਼ਰਾਂ 'ਚ ਉਹੀ ਪ੍ਰਵਾਨਿਆ ਜਾਏਗਾ ਜਿਹੜਾ ਰੱਬ ਜੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨਿਆ ਗਿਆ, ਜਿਹਨੇ ਰੱਬ ਜੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਉਹ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨਿਆ ਜਾਏਗਾ। ਤੇ ਜਿਹੜਾ ਜੀਵ ਅਕਾਲ ਪੁਰਖ ਪਰਮੇਸ਼ਵਰ ਨੂੰ ਛੱਡ ਕੇ ਝੂਠ ਦੇ ਆਸਰੇ ਜਿਉਂਦਾ ਹੋਵੇ ਤੇ ਝੂਠ ਦੇ ਸਹਾਰੇ ਜਿਉਂਦਾ ਹੋਵੇ, ਚੇਤਾ ਰੱਖੀਏ ਉਹ ਕਦੇ ਗੁਰੂ ਨਜ਼ਰਾਂ 'ਚ ਪ੍ਰਵਾਨਿਆ ਨਹੀਂ ਜਾਂਦਾ। ਇੱਕ ਸਾਹਿਬ ਜੀ ਦਾ ਪਾਵਨ ਬਚਨ ਬੜਾ ਪਿਆਰਾ, ਉੱਥੇ ਮਾਲਕ ਪਾਤਸ਼ਾਹ ਜ਼ਿਕਰ ਕਰਦੇ ਆ, ਕਹਿੰਦੇ ਆਗੇ ਸੁਖ ਮੇਰੇ ਮੀਤਾ, ਪਾਸ਼ਾ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤ ਹੂੰ ਨਹੀਂ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਹੁਣ ਜਦੋਂ ਹਰੀ ਪਰਮੇਸ਼ਵਰ ਨੂੰ ਜਾਣ ਲਿਆ ਤੇ ਕੀ ਬਣ ਗਿਆ? ਆਗੇ ਸੁਖ, ਪਾਸ਼ਾ ਆਨੰਦ। ਦੋਵੇਂ ਥਾਵਾਂ ਸਵਰ ਗਈਆਂ ਨਾ। ਹੁਣ ਇੱਥੇ ਲਫ਼ਜ਼ ਇੱਥੇ ਔਰ ਉੱਥੇ ਵਰਤ ਰਹੇ। ਕਹਿੰਦੇ ਇੱਥੇ ਸਾਚੇ ਜਿਹੜੇ ਇਸ ਲੋਕ ਵਿੱਚ ਸੱਚੇ ਨੇ ਨਾ, ਸੋ ਆਗੇ ਸਾਚੇ। ਉਹੀ ਜੀਵ ਅੱਗੇ ਰੱਬ ਜੀ ਦੇ ਦਰ ਉੱਤੇ ਸੱਚੇ ਨੇ, ਰੱਬ ਜੀ ਦੀਆਂ ਨਜ਼ਰਾਂ ਵਿੱਚ ਸੱਚੇ ਨੇ। ਮਤਲਬ ਹੁਣ ਸਾਨੂੰ ਸੱਚ ਨਾਲ ਜੁੜਨਾ ਪਏਗਾ, ਤਾਂ ਹੀ ਅਗਲੇ ਆਉਣ ਵਾਲੇ ਸਮੇਂ ਵਿੱਚ ਅਸੀਂ ਸੱਚੇ ਜਾਣੇ ਜਾਵਾਂਗੇ ਤੇ ਮੰਨੇ ਜਾਵਾਂਗੇ। ਤੇ ਜੇ ਹੁਣ ਵੀ ਅਸੀਂ ਆਪਣਾ ਆਪਾ ਸੱਚ ਨਾਲ ਨਾ ਜੋੜ ਸਕੇ, ਫਿਰ ਅਗਲਾ ਪਾਸਾ ਵੀ ਸਾਡਾ ਕਦੇ ਸੱਚਾ ਨਹੀਂ ਹੋ ਸਕਦਾ। ਜਿਵੇਂ ਹਰ ਚੀਜ਼ ਦੀ ਇੱਕ ਆਦਤ ਬਣ ਜਾਂਦੀ ਹੈ, ਜਿਨ੍ਹਾਂ ਨੇ ਸੱਚ ਦਾ ਆਸਰਾ ਲਿਆ ਉਹਨਾਂ ਨੂੰ ਸੱਚ ਦੀ ਆਦਤ ਬਣੀ, ਤੇ ਜਿਨ੍ਹਾਂ ਝੂਠ ਦਾ ਆਸਰਾ ਲਿਆ ਉਹਨਾਂ ਨੂੰ ਝੂਠ ਦੀ
ਆਦਤ ਬਣੀ। ਤੇ ਜਿਹੜੇ ਸੱਚ ਦਾ ਆਸਰਾ ਲੈ ਕੇ ਚੱਲਣ ਵਾਲੇ, ਸੱਚ ਦੀ ਆਦਤ ਪਾ ਲੈਂਦੇ, ਉਹ ਸਦੀਵ ਸੱਚੇ ਗਿਣੇ ਜਾਂਦੇ। ਤੇ ਜਿਨ੍ਹਾਂ ਝੂਠ ਦਾ ਆਸਰਾ ਲੈ ਕੇ ਆਦਤ ਵੀ ਝੂਠ ਦੀ ਪਾਈ, ਤੇ ਉਹ ਸਦੀਵ ਝੂਠੇ ਹੀ ਗਿਣੇ ਜਾਂਦੇ ਨੇ। ਤੇ ਜਿਨ੍ਹਾਂ ਨੇ ਹੁਣ ਜੀਵਨ ਵਿੱਚ ਸੱਚ ਦਾ ਆਸਰਾ ਲਿਆ, ਸੁਭਾਵਿਕ ਜਿਹੀ ਬਾਤ ਹੈ, ਅਗਾਂਹ ਜਾ ਕੇ ਸੱਚੇ ਹੀ ਗਿਣੇ ਜਾਣਗੇ। ਪਰ ਜੇ ਅਸੀਂ ਹੁਣ ਵੀ ਜ਼ਿੰਦਗੀ ਵਿੱਚ ਸੱਚ ਦਾ ਆਸਰਾ ਨਾ ਲੈ ਸਕੇ, ਤੇ ਚੇਤਾ ਰੱਖੀਏ ਅਸੀਂ ਅੱਗੇ ਵੀ ਸੱਚੇ ਗਿਣੇ ਨਹੀਂ ਜਾਵਾਂਗੇ, ਝੂਠੇ ਹੀ ਮੰਨੇ ਜਾਵਾਂਗੇ, ਝੂਠੇ ਹੀ ਗਿਣੇ ਜਾਵਾਂਗੇ। ਤੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਸੱਚ ਦਾ ਆਸਰਾ ਲਿਆ ਉਹ ਸੱਚੇ ਬਣ ਗਏ। ਮਨ ਸੱਚਾ, ਸੱਚਾ ਸ਼ਬਦ ਰਾਜੇ, ਉਹ ਮਨ ਕਰਕੇ ਸੱਚੇ ਹੋ ਗਏ, ਕਿਉਂਕਿ ਉਹਨਾਂ ਨੇ ਆਪਣਾ ਆਪਾ ਸੱਚੇ ਦੇ ਸ਼ਬਦ ਵਿੱਚ ਰਚ ਲਿਆ, ਇੱਕਮਿਕ ਕਰ ਲਿਆ। ਸੱਚਾ ਸੇਵੈ, ਉਹ ਸੱਚ ਸੇਵਦੇ ਨੇ। ਸੱਚਾ ਸੇਵੈ ਸੱਚ ਕਮਾਵੈ, ਸੱਚ ਹੀ ਕਮਾਉਂਦੇ ਨੇ। ਸੱਚੋ ਸੱਚ ਕਮਾਵਣੇ ਆ। ਤੇ ਸੱਚ ਨੂੰ ਕਮਾਉਂਦਿਆਂ ਹੋਇਆਂ ਹੀ ਉਹ ਜੀਵ ਉਸ ਸੱਚ ਦੀਆਂ ਨਜ਼ਰਾਂ ਵਿੱਚ ਫਿਰ ਪ੍ਰਵਾਨੇ ਜਾਂਦੇ ਹਨ। ਪੰਡਿਤ ਪੜ੍ਹੈ ਸਾਧਨਾ ਪਾਵਹਿ, ਦੂਜੈ ਪਾਏ ਮਾਇਆ ਮਨ ਪਰਮਾਵਹਿ। ਮਾਇਆ ਮੋਹ ਸਭ ਸੁਧ ਗਵਾਈ, ਕਰ ਅਵਗਣ ਪਛੁਤਾਵਣਿਆ। ਫਿਰ ਗੁਰੂ ਬਾਬਾ ਜੀ ਕਹਿੰਦੇ ਪੰਡਤ ਪੜ੍ਹੈ ਸਾਧ ਨਾ ਪਾਵੈ। ਇੱਥੇ ਪੰਡਿਤ ਤੋਂ ਭਾਵ ਹੈ ਗਿਆਨਵਾਨ ਪੁਰਸ਼, ਗਿਆਨ ਰੱਖਣ ਵਾਲੇ, ਜਾਂ ਆਪਾਂ ਗਿਆਨੀ ਪੁਰਸ਼ ਕਹਿ ਲਈਏ। ਇਹ ਪਾਵਨ ਪੰਕਤੀ ਦੇ ਨਾਲ ਨਾ ਇੱਕ ਬਚਨ ਹੋਰ ਗੁਰੂ ਸਾਹਿਬ ਦਾ ਸਾਂਝਾ ਕਰਦੇ ਚੱਲੀਏ। ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ। ਇਹ ਹਾਲਤ ਉਹਨਾਂ ਵਰਗੀ ਹੈ। ਕੜਛੀ ਜਿਹੜੀ ਹੈ ਰਸੋਈ ਦੇ ਅੰਦਰ ਹਰ ਸਬਜ਼ੀ ਵਿੱਚ ਤੇ ਹਰ ਇੱਕ ਵਸਤੂ ਦੇ ਵਿੱਚ ਫੇਰੀ ਜਾਂਦੀ ਹੈ। ਸਬਜ਼ੀ ਤਿਆਰ ਕਰੋ ਤਾਂ, ਕੋਈ ਹੋਰ ਵਸਤੂ ਤਿਆਰ ਕਰੋ ਤਾਂ। ਪਰ ਮਾਲਕ ਕਹਿੰਦੇ ਵੀ ਉਹਨੂੰ ਨਾ, ਜੇ ਕੋਈ ਹੁਣ ਸੰਬੋਧਨ ਕਰਕੇ, ਜਿਵੇਂ ਕੋਈ ਧੀ, ਕੋਈ ਭੈਣ ਜਾਂ ਮਾਂ ਆਪਣੇ ਰਸੋਈ ਘਰ ਦੇ ਅੰਦਰ ਸਬਜ਼ੀ ਤਿਆਰ ਕਰੇ, ਤੇ ਉਹ ਕੜਛੀ ਨੂੰ ਸਵਾਲ ਕਰਕੇ ਪੁੱਛੇ ਵੀ ਦੱਸ ਸਬਜ਼ੀ 'ਚ ਲੂਣ ਘੱਟ ਹੈ ਕਿ ਜ਼ਿਆਦਾ ਹੈ, ਜਾਂ ਚੰਗੀ ਸਵਾਦ ਬਣੀ ਹੈ, ਤੇ ਉਹ ਕਦੇ ਵੀ ਦੱਸ ਨਹੀਂ ਸਕਦੀ। ਉਹ ਫਿਰਦੀ ਸਾਰੀਆਂ ਸਬਜ਼ੀਆਂ 'ਚ ਹੀ ਹੈ। 36 ਪ੍ਰਕਾਰ ਦੇ ਭੋਜਨ ਬਣੇ ਤੇ ਉਹ 36 ਪ੍ਰਕਾਰ ਦੇ ਭੋਜਨਾਂ ਵਿੱਚ ਹੀ ਫੇਰੀ ਗਈ। ਪਰ ਸਵਾਉ ਨਾ ਜਾਣਨ ਸੁਣੀਆਂ, ਉਹ ਕਦੇ ਸਵਾਦ ਨਹੀਂ ਜਾਣ ਸਕਦੀਆਂ। ਤੇ ਸਵਾਦ ਲਈ ਇਨਸਾਨ ਨੂੰ ਰਸ ਚੱਖਣਾ ਪੈਂਦਾ। ਕੜਛੀਆਂ ਤੋਂ ਕਦੇ ਸਵਾਦ ਦੇ ਪਤਾ ਨਹੀਂ ਲੱਗਿਆ ਕਰਦੇ, ਜਾਂ ਚਮਚੇ ਕਦੇ ਸਵਾਦ ਦੱਸਿਆ ਨਹੀਂ ਕਰਦੇ। ਰਸ ਹਮੇਸ਼ਾ ਜ਼ੁਬਾਨ ਦੱਸਦੀ ਹੈ, ਜੀਭਾ ਦੱਸਦੀ ਹੈ, ਰਸਨਾ ਦੱਸਦੀ ਹੈ ਵੀ ਸਬਜ਼ੀ ਚੰਗੀ ਬਣੀ, ਆ ਵਸਤੂ ਪਦਾਰਥ ਚੰਗਾ ਬਣਿਆ ਨਹੀਂ ਬਣਿਆ, ਇਹ ਹਮੇਸ਼ਾ ਰਸਨਾ ਨੇ ਦੱਸਣਾ। ਹੁਣ ਸਾਹਿਬ ਕਹਿੰਦੇ ਪੰਡਿਤ ਪੜ੍ਹੇ, ਪੰਡਿਤ ਲੋਕ ਮਤਲਬ ਗਿਆਨਵਾਨ ਪੁਰਸ਼ ਪੜ੍ਹੇ, ਪੜ੍ਹਦੇ ਨੇ, ਪਰ ਸਾਧ ਨਾ ਪਾਵੇ। ਉਹਨਾਂ ਦਾ ਹਾਲ ਵੀ ਉਹ ਕੜਛੀਆਂ ਵਾਲਾ ਹੀ ਹੈ। ਕਿਤਾਬਾਂ ਸਾਰੀਆਂ ਹੀ ਪੜ੍ਹੀ ਜਾਂਦੇ ਨੇ ਵੀ ਜਿਹੜੀ ਆ ਜੇ ਉਹੀ ਪੜ੍ਹ ਲਓ, ਪਰ ਜੇ ਕਿਸੇ ਤੋਂ ਸਵਾਦ ਪੁੱਛ ਲਓ ਤੇ ਪਤਾ ਹੀ ਕੋਈ ਨਹੀਂ। ਹੁਣ ਗਿਆਨਵਾਨ ਪੁਰਸ਼ ਦਾ ਕੰਮ ਕੀ ਹੈ? ਸਤਿਗੁਰੂ ਜੀ ਕੀ ਪਾਵਨ ਬਾਣੀ ਵਿੱਚ ਮਾਲਕ ਬਚਨ ਕਰਦੇ, ਕਹਿੰਦੇ ਗਿਆਨੀ ਗਿਆਨ ਕਮਾਵੇ, ਇਹ ਉਹਦਾ ਕਰਮ ਹੈ। ਮੰਨਿਆ ਕੀ ਜਾਂਦਾ ਵੀ ਮੈਂ ਗਿਆਨਵਾਨ ਆ, ਮੈਂ ਗਿਆਨੀ ਆ, ਤੇ ਉਹ ਕਰਦਾ ਕੀ ਆ? ਗਿਆਨ ਕਮਾਵੇ। ਉਹ ਗਿਆਨ ਇਕੱਠਾ ਕਰਦਾ, ਹੋਰ ਹੋਰ ਗਿਆਨ ਜੋੜੀ ਜਾਂਦਾ, ਜੋੜੀ ਜਾਂਦਾ। ਬੜੀ ਚੰਗੀ ਗੱਲ। ਗਿਆਨ ਮਾੜਾ ਨਹੀਂ, ਗਿਆਨ ਕਦੇ ਵੀ ਮਾੜਾ ਨਹੀਂ ਹੁੰਦਾ। ਸਿਰਫ ਇਨਸਾਨੀ ਮੱਤ ਮਾੜੀ ਹੁੰਦੀ, ਇਨਸਾਨੀ ਸੋਚ ਬੁਰੀ ਹੁੰਦੀ। ਗਿਆਨ ਮਾੜਾ ਨਹੀਂ ਹੁੰਦਾ। ਗਿਆਨ ਹਮੇਸ਼ਾ ਚਾਨਣ ਕਰਦਾ, ਗਿਆਨ ਕਦੇ ਹਨੇਰਾ ਨਹੀਂ ਕਰਦਾ। ਗਿਆਨ ਜੇ ਹਨੇਰਾ ਇਨਸਾਨ ਦੀ ਮੱਤ ਵਿੱਚ ਹੋਵੇ ਨਾ, ਤੇ ਇਨਸਾਨ ਗਿਆਨ ਨੂੰ ਵੀ ਮਾੜੇ ਪਾਸੇ ਵਰਤ ਲੈਂਦਾ। ਸੋਚ ਵਿੱਚ ਹਨੇਰਾ ਹੈ, ਗਿਆਨ ਵਿੱਚ ਨਹੀਂ। ਸੂਰਜ ਦਾ ਕੰਮ ਚਾਨਣ ਦੇਣਾ ਹੈ,
ਤੇ ਇਹ ਨਹੀਂ ਵੀ ਮੈਂ ਸੂਰਜ ਤੋਂ ਆਸ ਲਾਵਾਂ ਵੀ ਅੱਜ ਹਨੇਰਾ ਦੇ ਦੇਵੇ ਤੇ ਸੂਰਜ ਹਨੇਰਾ ਕਰ ਦੇਗਾ, ਨਹੀਂ। ਸੂਰਜ ਦਾ ਕਰਮ ਇੱਕੋ ਹੀ ਹੈ, ਉਹਨੇ ਗਿਆਨ ਦੇਣਾ। ਕੋਈ ਬੰਦਾ ਆਪਣੀ ਮਤ ਮੁਤਾਬਕ ਆਪਣੇ ਕਮਰੇ ਵਿੱਚ ਪਰਦੇ ਲਾ ਕੇ ਤੇ ਚਾਰੇ ਪਾਸਿਓਂ ਬੰਦ ਕਰਕੇ ਹਨੇਰਾ ਕਰਕੇ ਬੈਠਾ ਰਵੇ, ਸੂਰਜ ਦਾ ਕੋਈ ਕਸੂਰ ਨਹੀਂ। ਗਿਆਨ ਵਿੱਚ ਕੋਈ ਦੋਸ਼ ਨਹੀਂ ਹੈ। ਗਿਆਨ ਸਦਾ ਚਾਨਣ ਦਿੰਦਾ। ਗਿਆਨ ਹਮੇਸ਼ਾ ਜੀਵ ਦੀ ਮਤ ਨੂੰ ਪ੍ਰਗਾਸ਼ ਕਰਦਾ ਹੈ, ਜੀਵ ਦੀ ਮਤ ਨੂੰ ਵਿਸ਼ਾਲ ਬਣਾਉਂਦਾ ਹੈ। ਉਹ ਵੱਖਰੀ ਬਾਤ ਹੈ ਕਿ ਇਨਸਾਨ ਦੀ ਗੰਦਲੀ ਮਤ, ਇਨਸਾਨ ਦੀ ਗੰਦਲੀ ਸੋਚ ਗਿਆਨ ਨੂੰ ਵੀ ਮਾੜੇ ਪਾਸੇ ਵਰਤਣ ਲੱਗ ਜਾਂਦੀ। ਕੁਝ ਕੁ ਪੱਖ ਇੱਥੇ ਰੱਖਦਾ ਚੱਲਾਂ। ਸਾਇੰਸ ਨੇ ਤਰੱਕੀ ਕੀਤੀ, ਵਿਗਿਆਨ ਬਹੁਤ ਤਰੱਕੀ ਕਰ ਗਿਆ। ਇੰਨੀ ਕੁ ਤਰੱਕੀ ਕੀਤੀ ਕਿ ਇਨਸਾਨ ਦੀ ਬਾਡੀ ਦੇ ਅੰਦਰ ਕੀ ਕੁਝ ਹੈ ਉਹ ਵੀ ਦੱਸਤਾ। ਬਾਹਰੀ ਤੌਰ ਦੇ ਉੱਤੇ ਤੇ ਸਾਨੂੰ ਦਿਸ ਹੀ ਰਿਹਾ ਨਾ, ਪਰ ਇਨਸਾਨ ਦੀ ਬਾਡੀ ਦੇ ਅੰਦਰ ਆ ਚਮੜੇ ਦੇ ਅੰਦਰ ਕੀ ਕੁਝ ਹੈ ਇਹ ਵੀ ਕੁਝ ਇਨਸਾਨ ਨੇ ਵਿਗਿਆਨ ਦੀ ਖੋਜ ਨਾਲ ਪਤਾ ਲਾ ਲਿਆ। ਇਹਨੂੰ ਹੋਰ ਸੁਖਾਲਾ ਕਰਦੇ ਹਾਂ, ਗਿਆਨ ਨੂੰ ਮਾੜੀ ਮੱਤ ਨੇ ਕਿਵੇਂ ਪ੍ਰਗਟਾਇਆ। ਹੁਣ ਬੜੀ ਚੰਗੀ ਗੱਲ ਸੀ ਵੀ ਪਹਿਲੋਂ ਤੇ ਬਾਹਰੀ ਤੌਰ ਉੱਤੇ ਇਨਸਾਨ ਦੀ ਬਾਡੀ ਦਾ ਇਫੈਕਟ ਜਾਂ ਬਾਡੀ ਨੂੰ ਕੋਈ ਰੋਗ ਲੱਗਾ ਨਹੀਂ ਲੱਗਾ ਬਾਹਰੀ ਤੌਰ ਤੇ ਵੇਖਣਾ, ਪਰ ਜੇ ਹੁਣ ਅੰਦਰੂਨੀ ਤੌਰ ਉੱਤੇ ਤੇ ਉਹ ਇੰਨਾ ਕੁ ਤਰੱਕੀ ਕਰ ਗਿਆ ਇਨਸਾਨ ਵੀ ਉਹਦੇ ਨਾਲ ਇਨਸਾਨ ਦੇ ਅੰਦਰ ਕਿਹੜਾ ਰੋਗ ਹੈ ਉਹਦੀ ਵੀ ਖੋਜ ਕੀਤੀ, ਪੜਚੋਲ ਕੀਤੀ। ਮਾਤਾ ਦੇ ਗਰਭ ਵਿੱਚ ਬਾਲਕ ਬੱਚਾ ਪਲ ਰਿਹਾ। ਤਰੱਕੀ ਸਾਡੀ, ਜਿਹਨੂੰ ਅਸੀਂ ਤਰੱਕੀ ਕਹਿੰਦੇ, ਇੱਥੋਂ ਤੱਕ ਪਹੁੰਚ ਗਏ ਵੀ ਗਰਭ ਵਿੱਚ ਪਲਣ ਵਾਲੇ ਬੱਚੇ ਦਾ ਪਤਾ ਲੱਗ ਗਿਆ ਵੀ ਉਹ ਬੱਚਾ ਹੈ ਜਾਂ ਬੱਚੀ ਹੈ। ਬੜਾ ਚੰਗਾ ਬਾਤ ਸੀ, ਬੜੀ ਚੰਗੀ ਗੱਲ ਸੀ। ਫਿਰ ਉਹਦੇ ਸਰੀਰਕ ਅੰਗ ਚੰਗੀ ਤਰ੍ਹਾਂ ਬਣ ਰਹੇ ਨੇ ਨਹੀਂ ਬਣ ਰਹੇ, ਇਹ ਵੀ ਅੱਜ ਦੀ ਸਾਇੰਸ ਖੋਜ ਕਰ ਚੁੱਕੀ। ਇੰਨੀ ਕੁ ਤਰੱਕੀ ਇਨਸਾਨ ਵਿਗਿਆਨਕ ਤੌਰ ਦੇ ਉੱਤੇ ਕਰ ਚੁੱਕਾ। ਹੁਣ ਇਹਦਾ ਮਿਸਯੂਜ਼ ਕੀ ਕੀਤਾ ਪਤਾ ਲੱਗਾ, ਫਿਰ ਅਸੀਂ ਭਰੂਣ ਹੱਤਿਆ ਕਰਨੀ ਸ਼ੁਰੂ ਕੀਤੀ। ਸੀ ਤੇ ਗਿਆਨ, ਪਰ ਸਾਡੀ ਮਾੜੀ ਮੱਤ ਨੇ ਕੀ ਕੀਤਾ, ਮਿਸਯੂਜ਼ ਕਰਨਾ ਸ਼ੁਰੂ ਕਰ ਲਿਆ। ਗਿਆਨ ਕਦੇ ਮਾੜਾ ਨਹੀਂ ਹੁੰਦਾ, ਸਾਡੀ ਮੱਤ ਮਾੜੀ ਹੋ ਜਾਂਦੀ ਹੈ। ਤੇ ਜਦੋਂ ਮੱਤ ਮਾੜੀ ਹੋ ਜਾਏ ਨਾ, ਉਦੋਂ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਗਿਆਨ ਵੀ ਮਾੜਾ ਹੈ। ਇਸੇ ਤਰ੍ਹਾਂ ਜਿੰਨੀਆਂ ਵੀ ਜਿਸ ਪਾਸੇ ਵੀ ਚੱਲ, ਅੱਜ ਹਰ ਪਾਸੇ ਅਸੀਂ ਕਹਿੰਦੇ ਆ ਕਿ ਆਧੁਨਿਕ ਯੁੱਗ ਹੈ, ਬਹੁਤ ਜ਼ਿਆਦਾ ਤਰੱਕੀ ਇਨਸਾਨ ਕਰ ਚੁੱਕਾ ਔਰ ਦਿਨ ਬ ਦਿਨ ਤਰੱਕੀ ਕਰਦਾ ਜਾ ਰਿਹਾ ਹੈ। ਪਰ ਉਹ ਕੀਤੀ ਹੋਈ ਤਰੱਕੀ ਦੇ ਨਾਲ ਨਾਲ ਇਨਸਾਨੀ ਮਾੜੀ ਮੱਤ ਦੇ ਪ੍ਰਗਟਾਵੇ ਵੀ ਵੇਖੋ ਕਿ ਉਸ ਗਿਆਨ ਨੂੰ ਇਨਸਾਨ ਮਾੜੇ ਪਾਸੇ ਕਿਵੇਂ ਵਰਤ ਰਿਹਾ ਹੈ। ਗਿਆਨ ਮਾੜਾ ਨਹੀਂ, ਕਦੇ ਗਿਆਨ ਮਾੜਾ ਨਹੀਂ ਹੋਇਆ। ਗਿਆਨ ਹਮੇਸ਼ਾ ਚੰਗਾ ਹੁੰਦਾ ਹੈ, ਬਸ ਸਾਨੂੰ ਆਪਣੀ ਮੱਤ ਚੰਗੀ ਕਰਨੀ ਪੈਂਦੀ ਹੈ। ਤੇ ਜੇ ਮੱਤ ਚੰਗੀ ਕਰ ਲਈ ਜਾਏ ਨਾ ਤੇ ਫਿਰ ਹਰ ਪਾਸੇ ਚੰਗਿਆਈਆਂ ਮਿਲਦੀਆਂ, ਪਰ ਜੇ ਮੱਤ ਹੀ ਮਾੜੀ ਕਰ ਲਈ ਜਾਏ ਫਿਰ ਅਸੀਂ ਚੰਗੇ ਵਿੱਚੋਂ ਵੀ ਮਾੜੇ ਗੁਣ ਲੱਭਦੇ ਹਾਂ। ਜੇ ਮੱਤ ਚੰਗੀ ਹੋਵੇ ਤੇ ਮਾੜੇ ਵਿੱਚੋਂ ਵੀ ਚੰਗੇ ਗੁਣ ਲੱਭ ਜਾਂਦੇ ਨੇ, ਤੇ ਜੇ ਮੱਤ ਚੰਗੀ ਨਹੀਂ ਫਿਰ ਚੰਗਿਆਂ ਵਿੱਚੋਂ ਵੀ ਮਾੜੇ ਗੁਣ ਹੀ ਦਿਸਦੇ ਨੇ। ਸਤਿਗੁਰੂ ਜੀ ਨੇ ਅੱਜ ਆਖਿਆ, ਪੰਡਿਤ ਪੜ੍ਹਦੇ ਜ਼ਰੂਰ ਨੇ ਪਰ ਸਾਧ ਨਾ ਪਾਵੇ। ਉਹਨਾਂ ਕੋਲ ਸਵਾਦ ਕੋਈ ਨਹੀਂ, ਉਹਨਾਂ ਕੋਲ ਰਸ ਕੋਈ ਨਹੀਂ, ਸਿਰਫ ਉਹਨਾਂ ਨੇ ਪੜ੍ਹਿਆ ਵੀ 4 ਅੱਖਰ ਪੜ੍ਹ ਲਏ ਬੜੀ ਗੱਲ ਹੈ, 4 ਅੱਖਰ ਪੜ੍ਹ ਲਏ ਅਸੀਂ ਤੇ ਗਿਆਨਵਾਨ ਬਣ ਗਏ, 4 ਗੱਲਾਂ ਆ ਗਈਆਂ ਅਸੀਂ ਤੇ ਬਹੁਤ ਸੂਝਵਾਨ ਤੇ ਸਿਆਣੇ ਬਣ ਗਏ। ਪਰ ਸਾਧ ਨਾ ਪਾਵੇ, ਉਸ ਪੜ੍ਹੇ ਵਿੱਚੋਂ ਸਿੱਖਿਆ ਕੀ ਹੈ, ਉਸ ਪੜ੍ਹੇ ਵਿੱਚੋਂ ਰਸ ਕੀ ਮਾਣਿਆ, ਇਹ ਅਜੇ ਤੱਕ ਪਤਾ ਨਹੀਂ ਲੱਗਾ। ਪੜ੍ਹਿਆ ਕਿਉਂ? ਫਿਰ ਅਗਾਂਹ ਦੱਸਿਆ ਮਾਲਕ ਨੇ, ਕਹਿੰਦੇ ਪੜ੍ਹਨ ਦਾ ਕਾਰਨ ਸੀ ਦੂਜੇ ਭਾਏ ਮਾਇਆ ਮਨ ਪ੍ਰਭਾਵੇ। ਬਸ ਆਹ ਕਾਰਨ ਸੀ। ਜਿਵੇਂ ਸਤਿਗੁਰੂ ਜੀ ਨਾ ਇੱਕ ਉਦਾਹਰਣ ਦੇ ਕੇ ਸਮਝਾਉਂਦੇ, ਜਗ ਕਊਆ ਮੁਖ ਚੁੰਚ ਗਿਆਨ। ਚੁੰਚ ਕਹਿੰਦੇ ਚੁੰਝ ਨੂੰ, ਵੀ ਹਾਲਤ ਨਾ ਬਸ ਉਹ ਕਾਂ ਵਰਗੀ ਵੀ ਚੁੰਝ ਕਰਕੇ ਗਿਆਨ ਬਹੁਤ ਹੈ। ਹੁਣ ਜੇ ਕਾਂ ਨੂੰ ਕੋਈ ਪੜ੍ਹਾ ਦੇਵੇ ਵੀ ਗੰਦਗੀ ਨਹੀਂ ਖਾਣੀ, ਗੰਦਗੀ ਤੇ ਚੁੰਝ ਨਹੀਂ ਮਾਰਨੀ, ਕਾਂ ਨੂੰ ਪੜ੍ਹਾਤਾ, ਉਹ ਪੜ੍ਹ ਗਿਆ, ਪੜ੍ਹਨ ਤੋਂ ਬਾਅਦ ਜਾ ਕੇ ਫਿਰ ਬਿਸਟਾ ਉੱਤੇ ਬਹਿ ਜਾਏ
ਤੇ ਆਪਾਂ ਕੀ ਆਖਾਂਗੇ? ਗੱਲ ਤੇ ਬਿਰਤੀ ਦੀ ਸੀ ਨਾ। ਕਾਂ ਨੂੰ ਪੜਾਉਣ ਵਾਲੇ ਨੇ ਪੜਾਇਆ ਵੀ ਭਾਈ ਤੂੰ ਬੜਾ ਸਿਆਣਾ ਹੈ, ਬਹੁਤ ਸੂਝਵਾਨ ਹੈ, ਮੈਂ ਤੈਨੂੰ ਮੱਤ ਦੇਣਾ ਵੀ ਤੂੰ ਮਾੜੀ ਥਾਂ ਤੇ ਨਾ ਜਾਇਆ ਕਰ, ਗੰਦਗੀ ਵਿੱਚ ਨਾ ਬੈਠਿਆ ਕਰ, ਆਪਣੀ ਚੁੰਝ ਗੰਦਗੀ ਵਿੱਚ ਨਾ ਮਾਰਿਆ ਕਰ। ਇਹ ਗਿਆਨ ਮਿਲ ਗਿਆ। ਹੁਣ ਸਾਧ ਨਾ ਪਾਵੇਂ, ਪਰ ਇਸ ਗਿਆਨ ਦਾ ਸਵਾਦ ਉਹ ਨਹੀਂ ਮਾਣਿਆ, ਜਾ ਕੇ ਫਿਰ ਗੰਦਗੀ 'ਚ ਬਹਿ ਗਿਆ। ਜਿਵੇਂ ਆਪਾਂ ਅਕਸਰ ਇੱਕ ਘਟਨਾ ਸਾਂਝੀ ਕਰਦੇ ਹਾਂ ਵੀ ਇੱਕ ਸ਼ਿਕਾਰੀ ਨਾ ਰੋਜ਼ ਜੰਗਲ ਦੇ ਵਿੱਚ ਦਾਣੇ ਖਿਲਾਰ ਦਿੰਦਾ, ਰੋਜ਼ ਨਾਲੇ ਦਾਣੇ ਖਿਲਾਰ ਦਿੰਦਾ ਤੇ ਨਾਲੇ ਜਾਲ ਵਿਛਾ ਦਿੰਦਾ ਹੈ ਪੰਛੀਆਂ ਨੂੰ ਫੜਨ ਵਾਸਤੇ। ਉਹ ਪੰਛੀ ਆਉਂਦੇ ਨੇ ਦਾਣੇ ਵੇਖ ਕੇ ਨਾ, ਤੇ ਉੱਥੇ ਬਹਿ ਜਾਂਦੇ। ਜਦੋਂ ਬਹਿ ਜਾਂਦੇ ਸ਼ਿਕਾਰੀ ਆਉਂਦਾ, ਜਾਲ ਇਕੱਠਾ ਕਰਦਾ, ਲੈ ਜਾਂਦਾ ਚੁੱਕ ਕੇ, ਸਾਰੀ ਫਸ ਜਾਣ। ਇੱਕ ਦਿਨ, 2 ਦਿਨ, ਜਦੋਂ 3-4 ਦਿਨ ਲਗਾਤਾਰ ਇਦਾਂ ਹੋਇਆ ਨਾ, ਪੰਛੀਆਂ ਨੇ ਆਪਸ 'ਚ ਮਸ਼ਵਰਾ ਕੀਤਾ ਵੀ ਆਪਾਂ ਕਰੀਏ ਕੀ, ਆਪਾਂ ਤਾਂ ਰੋਜ਼ ਫਸ ਜਾਂਦੇ। ਸਾਡੇ ਕਿੰਨੇ ਸਾਥੀ ਸ਼ਿਕਾਰੀ ਫੜ ਕੇ ਲੈ ਗਿਆ ਵੀ ਆਪਾਂ ਤੇ ਰੋਜ਼ ਜੇ ਇਦਾਂ ਫਸਦੇ ਰਹੇ ਆਪਣੀ ਤੇ ਸਾਰੀ ਹੋਂਦ ਖਤਮ ਹੋ ਜਾਏਗੀ, ਆਪਾਂ ਕਰੀਏ ਕੀ। ਉਹਨਾਂ ਨੇ ਸਲਾਹ ਕੀਤੀ, ਮਸ਼ਵਰਾ ਕੀਤਾ ਤੇ ਇੱਕ ਸਿਆਣੇ ਕੋਲ ਚਲੇ ਗਏ, ਬਜ਼ੁਰਗ ਕੋਲ, ਆਪਣੇ ਬਜ਼ੁਰਗ ਪੰਛੀ ਕੋਲ ਚਲੇ ਗਏ, ਜਿਹੜਾ ਬਹੁਤ ਸਿਆਣਾ ਸੀ, ਮਤਵਾਨ ਸੀ। ਉਹਨੇ ਉਹਨਾਂ ਨੂੰ ਇੱਕ ਸਲਾਹ ਦਿੱਤੀ, ਕਹਿੰਦਾ ਵੀ ਤੁਸੀਂ ਹੁਣ ਜਦੋਂ ਜਾਣਾ ਨਾ ਤੇ ਮੇਰੀ ਇੱਕ ਗੱਲ ਚੇਤੇ ਰੱਖਣੀ, ਸ਼ਿਕਾਰੀ ਆਏਗਾ, ਦਾਣਾ ਪਾਏਗਾ ਪਰ ਦਾਣਾ ਖਾਣਾ ਨਹੀਂ। ਕਹਿੰਦੇ ਠੀਕ ਹੈ, ਤੇ ਗਿਆਨ ਮਿਲ ਗਿਆ ਸਾਨੂੰ। ਉਹਨੂੰ ਗਿਆਨ ਲੈ ਲਿਆ, ਆਕਾਸ਼ 'ਚ ਉਡਾਰੀ ਮਾਰੀ ਸਾਰਿਆਂ ਨੇ ਇਕੱਠੇ ਹੋ ਕੇ, ਤੇ ਉੱਡਦੇ ਜਾਂਦੇ ਵੀ ਇਹੀ ਕਹੀ ਜਾਂਦੇ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਦਾਣਾ ਖਾਣਾ ਨਹੀਂ। ਇਹ ਆਵਾਜ਼ ਸ਼ਿਕਾਰੀ ਦੇ ਕੰਨਾਂ 'ਚ ਵੀ ਪਈ। ਉਹ ਵਿਚਾਰਾ ਡਰ ਗਿਆ ਵੀ ਅੱਜ ਤੇ ਮੇਰਾ ਕਾਰੋਬਾਰ ਬੰਦ ਹੋ ਜਾਣਾ। ਵੀ ਇਹਨਾਂ ਨੂੰ ਇੰਨੀ ਮੱਤ ਕਿੰਨੇ ਦੇਤੀ, ਇਹਨਾਂ ਨੂੰ ਇੰਨਾ ਗਿਆਨ ਕਿੰਨੇ ਦੇਤਾ ਵੀ ਸ਼ਿਕਾਰੀ ਆਏਗਾ, ਦਾਣਾ ਪਾਏਗਾ, ਆਪਾਂ ਦਾਣਾ ਨਹੀਂ ਖਾਣਾ। ਉਹ ਸ਼ਿਕਾਰੀ ਵਿਚਾਰਾ ਚਿੰਤਾ 'ਚ ਡੁੱਬ ਗਿਆ। ਉਹ ਕਹਿੰਦਾ ਵੀ ਚੱਲ ਕੋਈ ਨਹੀਂ, ਆਪਾਂ ਇੱਕ ਵਾਰੀ ਟਰਾਈ ਕਰਕੇ ਵੇਖ ਲੈਨੇ, ਆ ਗਏ ਤਾਂ ਵੀ ਠੀਕ, ਨਹੀਂ ਤੇ ਦਾਣਾ ਹੀ ਹੈ। ਉਹਨੇ ਫੇਰ ਉਸੇ ਤਰ੍ਹਾਂ ਹੀ ਦਾਣਾ ਵੀ ਖਿਲਾਰਿਆ, ਜਾਲ ਵੀ ਵਿਛਾਇਆ, ਪੰਛੀਆਂ ਨੇ ਦਾਣਾ ਵੇਖਿਆ ਫੇਰ ਹੇਠਾਂ, ਨਾਲੇ ਦਾਣਾ ਚੁਗੀ ਜਾਂਦੇ ਨੇ, ਨਾਲੇ ਉਹ ਆਪਣੀ ਜ਼ੁਬਾਨ ਤੋਂ ਫੇਰ ਆਖੀ ਜਾਂਦੇ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਦਾਣਾ ਖਾਣਾ ਨਹੀਂ, ਨਾਲੇ ਚੁਗੀ ਵੀ ਜਾਂਦੇ। ਸ਼ਿਕਾਰੀ ਬੜਾ ਹੈਰਾਨ। ਉਹਨੇ ਫੜਿਆ ਜਾਲ, ਕੱਸਿਆ, ਕੱਸ ਕੇ ਫਿਰ ਮੋਢੇ ਤੇ ਰੱਖਿਆ। ਹੁਣ ਉਹਦੇ ਜਾਲ ਵਿੱਚ ਫਸੇ ਵੀ ਇਹੀ ਕਹੀ ਜਾਂਦੇ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਦਾਣਾ ਖਾਣਾ ਨਹੀਂ। ਬਸ ਇਉਂ ਹੀ ਕਹਿ ਲੋ, ਪੰਡਿਤ ਪੜ੍ਹੇ ਸਾਧ ਨਾ ਪਾਵੇ। ਪੜ੍ਹਿਆ ਜ਼ਰੂਰ ਹੈ, ਮੱਤ ਦਿੱਤੀ ਵੀ ਜ਼ਰੂਰ ਹੈ, ਦੂਜਿਆਂ ਨੂੰ ਸਮਝਾਇਆ ਵੀ ਹੈ, ਆਪ ਵੀ ਪੜ੍ਹਿਆ ਹੈ, ਪਰ ਜਦੋਂ ਵਾਰੀ ਆਈ ਸਾਧ ਦੀ, ਉਹ ਨਹੀਂ ਮਿਲਿਆ। ਹੁਣ ਸਵਾਦ ਤੇ ਤਾਂ ਸੀ ਨਾ, ਪੜ੍ਹਿਆ ਤੇ ਤਾਂ ਆਖਦੇ ਵੀ ਜੇ ਉਹਨੂੰ ਮੰਨ ਲੈਂਦੇ। ਹੁਣ ਉਹਨਾਂ ਕੋਲ ਗਿਆਨ ਹੈ, ਗਿਆਨ ਦੇਤਾ ਉਹਨਾਂ ਦੇ ਸਿਆਣੇ ਨੇ, ਉਹਨਾਂ ਦੇ ਵੱਡੇ ਪੁਰਸ਼ ਨੇ, ਉਹਨਾਂ ਦੇ ਆਗੂ ਨੇ, ਪੰਛੀਆਂ ਦੇ ਆਗੂ ਨੇ, ਉਹਨਾਂ ਨੂੰ ਗਿਆਨ ਦੇਤਾ। ਗਿਆਨ ਤੇ ਮਿਲ ਗਿਆ ਪਰ ਕਮਾਇਆ ਨਹੀਂ। ਕਮਾਉਣ ਨੂੰ ਹੀ ਸਾਧ ਪਾਵੇਂ ਕਹਿੰਦੇ ਨੇ। ਇਸੇ ਤਰ੍ਹਾਂ ਪੰਡਿਤ ਗਿਆਨਵਾਨ ਪੁਰਸ਼ ਦੀ ਹਾਲਤ ਹੈ। ਇੱਥੇ ਪੰਡਿਤ ਲਫ਼ਜ਼ ਗਿਆਨਵਾਨ ਲਈ, ਗਿਆਨਵਾਨ ਬੰਦੇ ਦੀ ਹਾਲਤ ਹੈ ਵੀ ਜਿਹੜਾ ਪੜ੍ਹ ਤੇ ਰਿਹਾ ਹੈ, ਪੜ੍ਹਾ ਵੀ ਰਿਹਾ ਹੈ, ਪਰ ਸਾਧ ਨਾ ਪਾਵੇਂ। ਉਹ ਸਵਾਦ ਨਹੀਂ ਪਾਉਂਦਾ, ਉਹਨੂੰ ਰਸ ਨਹੀਂ ਆਉਂਦਾ। ਕਾਰਨ ਕੀ ਹੈ? ਬਸ ਇਹ ਤੇ ਗੱਲਾਂ ਦੂਜਿਆਂ ਵਾਸਤੇ ਨੇ। ਸਾਹਿਬ ਕਹਿੰਦੇ ਦੂਜੇ ਭਾਏ, ਦੂਜੇ ਦੇ ਪ੍ਰੇਮ ਵਿੱਚ ਫਸਿਆ ਮਾਇਆ ਮਨ ਭਰਮਾਵੇ। ਮਾਇਆ ਮਨ ਭਰਮਾ ਲੈਂਦੀ ਹੈ। ਫਿਰ ਕਰਦਾ ਕੀ ਹੈ? ਮਾਇਆ ਕਾਰਨ ਵਿਦਿਆ ਵੇਚੇ, ਜਨਮ ਅਬਿਰਥਾ। ਮੈਂ ਪੜ੍ਹਿਆ ਤਾਂ ਹਾਂ ਕਿ ਮੈਂ ਲੋਕਾਂ ਨੂੰ ਆਪਣੀ ਵਿਦਿਆ, ਆਪਣਾ ਗਿਆਨ ਵੇਚ ਸਕਾਂ ਤੇ ਉਹਨੂੰ ਵੇਚ ਕੇ ਮੈਨੂੰ ਧਨ ਦੀ ਪ੍ਰਾਪਤੀ ਹੋਵੇ, ਇਸ ਕਰਕੇ ਪੜ੍ਹਿਆ। ਜੇ ਇਦੋਂ ਬਿਨਾਂ ਕੋਈ ਪੜ੍ਹਨ ਨੂੰ ਕਹਿ ਦਿੰਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਮੈਂ ਕਦੇ ਕਿਤਾਬ ਚੁੱਕ ਲੈਂਦਾ। ਮਾਇਆ ਨੇ ਮਨ ਭਰਮਾ ਲਿਆ ਨਾ। ਹੁਣ ਮਾਇਆ ਨੇ ਐਸਾ ਮਨ ਭਰਮਾਇਆ। ਹੁਣ ਖਿਆਲ ਕਰੋ, ਇੱਕ ਡਾਕਟਰ ਬਣ ਰਿਹਾ, ਉਹਨੂੰ ਪੁੱਛੋ ਕਿਉਂ ਬਣ ਰਿਹਾ?
ਉਹਨੂੰ ਡਾਕਟਰ ਬਣਨ ਤੋਂ ਪਹਿਲਾਂ ਹੀ ਉਹਦੇ ਮਾਂ-ਬਾਪ ਨੇ ਇੱਕ ਐਸੀ ਸਿੱਖਿਆ ਉਹਦੀ ਝੋਲੀ 'ਚ ਪਾਈ, ਕੰਨਾਂ 'ਚ ਪਾਈ ਵੀ ਉਹ ਹੁਣ ਸਿੱਖਿਆ ਜਾਂਦੀ ਨਹੀਂ। ਪੁੱਤਰਾ ਡਾਕਟਰ ਬਣ ਜਾ, ਚੰਗਾ ਵਧੀਆ ਕਾਰੋਬਾਰ ਹੈ, 4 ਰੁਪਈਏ ਇਕੱਠੇ ਕਰ ਲੇਗਾ। ਆਹ ਸੋਚ ਲੈ ਕੇ ਡਾਕਟਰ ਬਣਿਆ। ਉਹਨੂੰ ਕਦੇ ਪੁੱਛ ਕੇ ਵੇਖੋ ਵੀ ਤੂੰ ਇਹ ਸੋਚ ਲੈ ਕੇ ਬਣਿਆ ਵੀ ਮੈਂ ਸਮਾਜ ਦੀ ਸੇਵਾ ਕਰਨੀ? ਨਹੀਂ। ਇੱਕ ਇੰਜੀਨੀਅਰ ਬਣਨ ਲੱਗਿਆ ਮਾਂ-ਬਾਪ ਨੇ ਰੱਜ ਕੇ ਜਿੰਨਾ ਖਰਚਾ ਹੋ ਸਕਦਾ ਸੀ ਕੀਤਾ। ਕਿਉਂ ਕੀਤਾ? ਵੀ ਜੇ ਅੱਜ ਅਸੀਂ ਲੱਖ, 2 ਲੱਖ, 4 ਲੱਖ, 10 ਲੱਖ ਲਾ ਦਾਂਗੇ ਤੇ ਕੱਲ ਨੂੰ ਕਮਾਉਣੇ ਵੀ ਤੇ ਇਸੇ ਨੇ। ਇੱਕ ਡਾਕਟਰ ਬਣਨ ਲੱਗਿਆ, ਇੱਕ ਇੰਜੀਨੀਅਰ ਬਣਨ ਲੱਗਿਆ, ਇੱਕ ਵਕੀਲ ਬਣਨ ਲੱਗਿਆ, ਇੱਕ ਜੱਜ ਬਣਨ ਲੱਗਿਆ, ਜਾਂ ਹੋਰ ਅਹੁਦੇ ਕਿੰਨੇ, ਇੱਕ ਅਫਸਰ ਬਣਨ ਲੱਗਿਆ, ਇੱਕ ਪਟਵਾਰੀ ਬਣਨ ਲੱਗਿਆ, ਇੱਕ ਤਹਿਸੀਲਦਾਰ ਬਣਨ ਲੱਗਿਆ। ਕਿੰਨੇ ਪੈਸੇ ਰਿਸ਼ਵਤ ਵਜੋਂ ਹੱਥੀਂ ਚੁੱਕੀ ਫਿਰਦਾ ਹੈ। ਕਾਰਨ ਵੀ ਜੇ ਅੱਜ ਦੇਵਾਂਗਾ ਤੇ ਕੱਲ ਨੂੰ ਰਿਸ਼ਵਤ ਲੈਣ ਜੋਗਾ ਹੋਵਾਂਗਾ, ਤੇ ਜੇ ਅੱਜ ਕੋਲੋਂ 10 ਲੱਖ ਦੇ ਵੀ ਦਵਾਂਗਾ ਤੇ 10 ਲੱਖ ਤੇ ਮੈਂ 10 ਦਿਨਾਂ 'ਚ ਬਣਾ ਲੈਣਾ। ਬਸ ਆਹੀ ਸੋਚ ਹੈ। ਗਿਆਨ ਆਪਣੀ ਸਮਝ ਕਰਕੇ, ਆਪਣੀ ਸੂਝ ਕਰਕੇ ਨਹੀਂ ਲੈ ਰਿਹਾ। ਗਿਆਨ ਸਿਰਫ ਚੰਦ ਰੁਪਈਆਂ ਵਾਸਤੇ ਲੈ। ਸਮਾਜ ਦੀ ਸੇਵਾ ਕਰਨ ਨੂੰ ਕੌਣ ਬਣੇ? ਡਾਕਟਰ ਕੋਈ ਸਮਾਜ ਦੀ ਸੇਵਾ ਕਰਨ ਵਾਸਤੇ ਬਣਿਆ? ਨਹੀਂ। ਇੰਜੀਨੀਅਰ ਕੋਈ ਸਮਾਜ ਦੀ ਸੇਵਾ ਵਾਸਤੇ ਬਣਿਆ? ਨਹੀਂ। ਆਫੀਸਰ ਕੋਈ ਸਮਾਜ ਦੀ ਸੇਵਾ ਵਾਸਤੇ ਬਣਿਆ? ਨਹੀਂ। ਕਾਰਨ ਕਿਉਂਕਿ ਜਿਸ ਦਿਨ ਉਹਨਾਂ ਨੂੰ ਉਸ ਕਾਲਜ ਵਿੱਚ ਐਡਮਿਸ਼ਨ ਕਰਵਾਈ ਸੀ ਨਾ, ਉਹਨਾਂ ਨੂੰ ਐਡਮਿਟ ਕਰਵਾਇਆ ਸੀ, ਉਸੇ ਦਿਨ ਮਾਂ-ਬਾਪ ਨੇ ਕਹਿਤਾ ਸੀ ਪੁੱਤਰਾ ਖਰਚਾ ਅਸੀਂ ਕਰਾਂਗੇ, ਧੀਏ ਖਰਚਾ ਅਸੀਂ ਕਰਾਂਗੇ, ਪੜ੍ਹਨਾ ਤੂੰ ਹੈ, ਕਿਉਂਕਿ ਜੇ ਪੜ੍ਹ ਜਾਏਂਗੀ ਕੱਲ ਨੂੰ ਸਾਡੇ ਕੀਤੇ ਖਰਚੇ ਦਾ ਮੁੱਲ ਵੀ ਮੋੜਨਾ। ਉਹ ਫਿਰ ਉਹ ਹੁਣ ਜਿਹਦੀ ਸੋਚ ਹੀ ਇਦਾਂ ਦੀ ਬਣਾਤੀ, ਉਹ ਸਮਾਜ ਸੇਵਾ ਕੀ ਕਰੇਗਾ? ਮੈਂ ਇਹ ਨਹੀਂ ਕਹਿੰਦਾ ਕਿ ਆਪਣਾ ਪ੍ਰੋਫੈਸ਼ਨ ਚੰਗਾ ਨਹੀਂ ਜਾਂ ਆਪਣਾ ਕਰਮ ਚੰਗਾ ਨਹੀਂ। ਚੰਗੀ ਗੱਲ ਹੈ ਜੇ ਤੁਹਾਡਾ ਕਿੱਤਾ ਇਸ ਤਰ੍ਹਾਂ ਦਾ ਹੈ ਤੇ ਉਸ ਕਿੱਤੇ ਨੂੰ ਉਸ ਹਿਸਾਬ ਨਾਲ ਬਣਾ ਕੇ ਚੱਲੋ ਕਿ ਆਪਣੇ ਘਰ ਦਾ ਗੁਜ਼ਾਰਨ ਵੀ ਚੱਲੇ, ਘਰ ਦਾ ਗੁਜ਼ਾਰਾ ਵੀ ਚੱਲੇ। ਪਰ ਇਹ ਨਹੀਂ ਜੇ ਕੋਈ ਲੋੜਵੰਦ ਆ ਜਾਏ ਤੇ ਤੂੰ ਸੱਜਣਾ ਡਾਕਟਰ ਹੋਣ ਦੇ ਨਾਤੇ ਹੱਥ ਹੀ ਖੜੇ ਕਰੇ ਕਰ ਜਾਏ ਵੀ ਆਪਣੇ ਵੱਸ ਦੀ ਗੱਲ ਨਹੀਂ, ਆਪਾਂ ਤੇਰੀ ਮਦਦ ਨਹੀਂ ਕਰ ਸਕਦੇ ਕਿਉਂਕਿ ਤੇਰੇ ਕੋਲ ਪੈਸੇ ਨਹੀਂ। ਕੋਈ ਅਧਿਆਪਕ ਇਸ ਕਰਕੇ ਨਹੀਂ ਬਣਿਆ ਵੀ ਮੈਂ ਸਮਾਜ ਨੂੰ ਗਿਆਨ ਦੇਣਾ। ਉਹ ਅਧਿਆਪਕ ਇਸ ਕਰਕੇ ਬਣਿਆ ਵੀ ਜਿੱਦਣ ਅਧਿਆਪਕ ਬਣ ਜਾਗਾ ਉਦਣ ਕਿਤੇ ਚੰਗੀ ਨੌਕਰੀ ਮਿਲ ਜਾਏਗੀ, ਚੰਗੀ ਨੌਕਰੀ ਮਿਲ ਗਈ ਤੇ ਉਦਣ ਮੈਂ ਚੰਦ ਰੁਪਈਏ ਕਮਾਉਣ ਜੋਗਾ ਹੋ ਜਾਗਾ। ਉਹ ਇਸ ਕਰਕੇ ਨਹੀਂ ਬਣਿਆ ਵੀ ਲੋੜਵੰਦ ਨੂੰ ਮੈਂ ਮੁਫਤ ਵੀ ਪੜ੍ਹਾ ਸਕਾਂ। ਨਹੀਂ, ਸਿਰਫ ਕਿਉਂਕਿ ਜਿਸ ਪਾਸੇ ਵੇਖਾਂਗੇ ਉਧਰ ਪੈਸਾ ਹੀ ਪ੍ਰਧਾਨ ਹੈ, ਉਧਰ ਪੈਸਾ ਹੀ ਅਗਵਾਈ ਕਰ ਰਿਹਾ। ਸਾਡੀ ਮੱਤ ਅੰਦਰ ਐਸੀਆਂ ਵਿਚਾਰਾਂ ਭਰ ਦਿੱਤੀਆਂ ਗਈਆਂ ਵੀ ਏਦੂ ਬਿਨਾਂ ਤੇ ਸਰਨਾ ਹੀ ਨਹੀਂ। ਜੇ ਮਾਇਆ ਕਮਾਵੋਗੇ ਤੇ ਗੁਜ਼ਾਰਾ ਚੱਲਣਾ। ਗੁਜ਼ਰਾਨ ਚਾਹੀਦਾ ਹੈ, ਗੁਜ਼ਰਾਨ ਵਾਸਤੇ ਮਾਇਆ ਚਾਹੀਦੀ ਹੈ, ਪਰ ਆਪਣਾ ਈਮਾਨ ਵੇਚ ਕੇ ਕਮਾਈ ਮਾਇਆ ਦਾ ਕੀ ਕਰਾਂਗੇ? ਜਿੱਥੇ ਆ ਕੇ ਸਾਡਾ ਈਮਾਨ ਵਿਕ ਜਾਏ, ਜਿੱਥੇ ਆ ਕੇ ਅਸੀਂ ਆਪਣੀ ਜ਼ਮੀਰ ਵੇਚ ਦਈਏ, ਉਸ ਕਮਾਏ ਹੋਏ ਪੈਸੇ ਨੂੰ ਕੀ ਕਰ ਲਾਂਗੇ? ਭਲਾ ਤੇ ਤਾਂ ਸੀ ਵੀ ਜੇ ਅਸੀਂ ਗਿਆਨ ਇਕੱਠਾ ਕਰਕੇ ਪੈਸਾ ਕਮਾਉਣ ਦੇ ਨਾਲ ਨਾਲ ਸਮਾਜ ਦੀ ਸੇਵਾ ਵਿੱਚ ਵੀ ਆਪਣਾ ਆਪਾ ਲਾਉਂਦੇ। ਮੈਂ ਇਹ ਨਹੀਂ ਕਹਿੰਦਾ ਸਾਰੇ ਹੀ ਚੰਗੇ ਨੇ, ਜਾਂ ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਰੇ ਹੀ ਮਾੜੇ ਨੇ। ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੋਈਆਂ। ਇਸੇ ਤਰ੍ਹਾਂ ਹਰ ਕਿੱਤੇ ਵਿੱਚ ਲੋਕ ਰਹਿਣ ਵਾਲੇ ਬਰਾਬਰ ਨਹੀਂ। ਕੁਝ ਚੰਗੇ ਵੀ ਨੇ ਤੇ ਕੁਝ ਚੰਗੇ ਨਹੀਂ ਵੀ। ਜਿਹੜੇ ਚੰਗੇ ਨੇ ਗੁਰੂ ਸਾਹਿਬ ਮਿਹਰ ਕਰਨ, ਉਹਨਾਂ ਨੂੰ ਸਮੱਤ ਹੋਰ ਦੇ ਕੇ ਨਿਵਾਜਣ, ਤੇ ਜਿਨ੍ਹਾਂ ਦੇ ਉੱਤੇ ਅਜੇ ਤੱਕ ਧਨ ਦਾ ਪ੍ਰਭਾਵ ਹੈ, ਜਿਹੜੇ ਇਸੇ ਕਰਕੇ ਤੁਰੇ ਫਿਰਦੇ ਵੀ ਆਪਾਂ ਸਿਰਫ ਧਨ ਕਮਾਉਣਾ, ਕਿਸੇ ਨਾਲ ਸਾਨੂੰ ਕੋਈ ਮਤਲਬ ਨਹੀਂ, ਮਾਲਕ ਕਿਰਪਾ ਕਰਨ ਉਹਨਾਂ ਨੂੰ ਵੀ ਸਮੱਤ ਦੇ ਕੇ ਨਿਵਾਜਣ। ਕਿਉਂਕਿ ਆਪਣਾ ਪਿਛੋਕੜ, ਆਪਣਾ ਪਹਿਲਾ ਸਮਾਂ ਕਦੇ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ। ਜੇ ਅੱਜ ਮਾਲਕ ਨੇ ਦਿਨ ਬਦਲੇ ਨੇ ਤੇ ਫਿਰ ਸਾਹਿਬ ਆਉਣ ਵਾਲੇ ਦਿਨਾਂ ਨੂੰ ਵੀ ਤਬਦੀਲ ਕਰ ਸਕਦੇ। ਜੇ ਮਾਲਕ ਨੇ ਤੈਨੂੰ ਚੰਗਾ ਅਧਿਆਪਕ, ਚੰਗਾ ਡਾਕਟਰ, ਚੰਗਾ ਅਫਸਰ, ਚੰਗਾ ਸੋਹਣਾ ਤੈਨੂੰ ਕਾਰੋਬਾਰ ਬਖਸ਼ਿਸ਼ ਕੀਤਾ ਨਾ, ਤੇ ਚੇਤਾ ਰੱਖ ਮਾਲਕ ਖੋਣ ਲੱਗਿਆਂ ਚਿਰ ਨਹੀਂ ਲਾਉਂਦਾ। ਜਿਹੜਾ ਤੈਨੂੰ ਚੰਗੀ ਮੱਤ ਦੇ ਕੇ ਡਾਕਟਰ ਬਣਾ ਸਕਦਾ ਹੈ ਨਾ,
ਹੋ ਸਕਦਾ ਉਹ ਤੇਰੇ ਕੋਲੋਂ ਚੰਗੀ ਮੱਤ ਖੋਹ ਲਏ ਤੇ ਤੂੰ ਡਾਕਟਰ ਤੇ ਛੱਡ, ਤੇਰੀ ਗਿਣਤੀ ਪਾਗਲਾਂ ਵਿੱਚ ਆਉਣ ਲੱਗ ਜਾਏ। ਤੂੰ ਚੰਗਾ ਅਧਿਆਪਕ ਹੈ, ਤੈਨੂੰ ਰੱਬ ਨੇ ਸੋਹਣੀ ਮੱਤ ਦਿੱਤੀ ਹੈ, ਮੁਬਾਰਕਬਾਦ, ਪਰ ਚੇਤਾ ਰੱਖੀ ਸਮਾਜ ਦੀ ਸੇਵਾ ਕਰਦਾ ਰਹੀਂ, ਕਿਉਂਕਿ ਜਿਹੜਾ ਤੈਨੂੰ ਮੱਤ ਦੇ ਕੇ ਅਧਿਆਪਕ ਬਣਾ ਸਕਦਾ ਉਹ ਤੇਰੀ ਮੱਤ ਖੋਹ ਕੇ ਤੈਨੂੰ ਮੂਰਖ ਵੀ ਬਣਾ ਸਕਦਾ ਹੈ। ਉਹਦੇ ਕੋਲ ਸਮਰੱਥਾ ਹੈ, ਉਹਦੇ ਕੋਲ ਤਾਕਤ ਹੈ, ਉਹਦੇ ਕੋਲ। ਸਾਹਿਬ ਜੀ ਕਹਿੰਦੇ ਪੰਡਿਤ ਪੜ੍ਹੈ ਸਾਧ ਨਾ ਪਾਵੇਂ, ਕਿਉਂਕਿ ਦੂਜੇ ਭਾਏ ਮਾਇਆ ਮਨ ਭਰਮਾਵੇ, ਫਿਰ ਮਾਇਆ ਮੋਹ ਸਭ ਸੁੱਧ ਗਵਾਈ। ਮਾਇਆ ਤੇ ਸੋਝੀ ਰਹਿਣੀ ਕੋਈ ਨਹੀਂ ਦਿੰਦੀ, ਹਰ ਪ੍ਰਕਾਰ ਦੀ ਸੋਝੀ ਗਵਾ ਲੈਂਦੇ ਨੇ। ਕਰ ਅਵਗਣ ਪਛੋਤਾਵਣਿਆ, ਫਿਰ ਜਦੋਂ ਔਗਣ ਕਰਕੇ ਨਾ ਔਗਣਾਂ ਦਾ ਨਤੀਜਾ ਸਾਹਮਣੇ ਆਉਂਦਾ ਫਿਰ ਪਛਤਾਉਂਦਾ। ਜਿਵੇਂ ਇੱਕ ਅਫਸਰ ਰਿਸ਼ਵਤ ਲੈਣ ਲੱਗਿਆ ਨਹੀਂ ਸੋਚਦਾ, ਲੈ ਲੈਂਦਾ, ਤੇ ਜੇ ਕਿਤੇ ਰਿਸ਼ਵਤ ਲੈਂਦਾ ਫੜਿਆ ਜਾਏ ਫਿਰ ਕਰ ਅਵਗਣ ਪਛੋਤਾਵ। ਫਿਰ ਅਗਲਾ ਸਿੱਧਾ ਕਹਿੰਦਾ ਵੀ ਨਾ ਭਾਈ ਤੂੰ ਰਿਸ਼ਵਤ ਲੈਂਦਾ, ਅਸੀਂ ਫੜਿਆ ਤੇ ਸਾਨੂੰ ਪਤਾ ਤੂੰ ਰਿਸ਼ਵਤ ਲੈ ਕੇ ਹਰ ਕਰਮ ਕਰਦਾ, ਹਰ ਕਾਰਜ ਕਰਦਾ, ਹੁਣ ਤੈਨੂੰ ਤੇਰੀ ਨੌਕਰੀ ਤੋਂ ਅਸੀਂ ਖਾਰਜ ਕਰਦੇ। ਫਿਰ ਕੀ ਕਹਿੰਦਾ ਜੀ ਹੁਣ ਛੱਡ ਦਿਓ, ਅੱਗੇ ਤੋਂ ਇਦਾਂ ਨਹੀਂ ਹੁੰਦਾ। ਕਰ ਅਵਗਣ ਪਛੋਤਾਵਣਿਆ। ਬਸ ਇਹੀ ਹਾਲਾਤ ਹੈ। ਮਾਲਕ ਕਹਿੰਦੇ ਜੇ ਕਿਤੇ ਮਾਇਆ ਪਿੱਛੇ ਲੱਗ ਕੇ ਤੂੰ ਔਗਣ ਕਮਾ ਵੀ ਲਏਗਾ ਨਾ, ਤੇ ਇਹ ਨਹੀਂ ਵੀ ਤੇਰਾ ਚੰਗਾ ਹੋਏਗਾ, ਔਗਣਾ ਦਾ ਨਤੀਜਾ ਤੇਰੇ ਸਾਹਮਣੇ ਆਏਗਾ ਤੇ ਤੈਨੂੰ ਪਛਤਾਉਣਾ ਹੀ ਪਵੇਗਾ। ਸਤਿਗੁਰ ਮਿਲੈ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰੈ ਮਨ ਮਾਰੈ ਆਪਣਾ, ਮੁਕਤੀ ਕਾ ਦਰ ਪਾਵਣਿਆ। ਫਿਰ ਕਹਿੰਦੇ ਸਤਿਗੁਰ ਮਿਲੈ ਤਾਂ ਤਤ ਪਾਏ। ਜਦੋਂ ਗੁਰੂ ਮਿਲਦਾ ਨਾ ਕਹਿੰਦੇ ਉਦੋਂ ਤਤ ਮਿਲਦਾ, ਉਦੋਂ ਗਿਆਨ ਮਿਲਦਾ, ਅਸਲੀਅਤ ਉਦੋਂ ਸਮਝ ਲੱਗਦੀ। ਹਰ ਕਾ ਨਾਮ ਮਨ ਵਸਾਏ, ਫਿਰ ਹਰੀ ਪਰਮੇਸ਼ਵਰ ਦਾ ਨਾਮ ਜੀਵ ਆਪਣੇ ਮਨ ਵਿੱਚ ਵਸਾਉਂਦਾ ਹੈ। ਸਤਿਗੁਰ ਮਿਲੈ ਤਾਂ ਤਤ ਪਾਏ, ਕਿਉਂਕਿ ਉਦੋਂ ਪਹਿਲਾਂ ਮਾਲਕ ਜੀ ਨੇ ਜ਼ਿਕਰ ਕਰਦੇ ਆ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਪਾਵਨ ਬਚਨ ਆਪਾਂ ਨਿਤਾ ਪ੍ਰਤੀ ਪੜ੍ਹਦੇ ਆ ਵੀ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਤੇ ਵਿਚਾਰਨ ਵਾਲੇ ਉੱਤੇ ਵੀ ਨਿਰਭਰ ਕਰਦਾ ਵੀ ਉਹਨੇ ਕੀ ਵਿਚਾਰ ਕਰਨੀ, ਕਿੱਦਾਂ ਦੀ ਵਿਚਾਰ ਕਰਨੀ। ਧਾਰਮਿਕ ਗ੍ਰੰਥ ਉਸੇ ਤਰ੍ਹਾਂ ਦੀ ਵਿਚਾਰ ਸਾਨੂੰ ਦੇਣਗੇ ਜਿੱਦਾਂ ਦੀ ਅਸੀਂ ਆਪਣੀ ਮੱਤ ਲੈ ਕੇ ਬੈਠੇ ਹਾਂ। ਤੇ ਜੇ ਅਸੀਂ ਉਹੀ ਆਪਣੀ ਬਿਰਤੀ ਨੂੰ ਪੁੰਨਾਂ ਤੇ ਪਾਪਾਂ ਤੱਕ ਫਸਾਈ ਬੈਠੇ ਹਾਂ, ਤੇ ਧਾਰਮਿਕ ਗ੍ਰੰਥਾਂ ਦਾ ਦੋਸ਼ ਨਹੀਂ, ਸਾਡੀ ਆਪਣੀ ਮੱਤ ਹੈ ਕਿ ਅਸੀਂ ਇਦੋਂ ਗਾਂਹ ਵਧੇ ਹੀ ਨਹੀਂ, ਵੀ ਪੁੰਨ ਤੇ ਪਾਪ ਤੋਂ ਵੀ ਅੱਗੇ ਉੱਠ ਪਈਏ। ਇਹ ਸਾਡੀ ਆਪਣੀ ਮੱਤ ਹੈ। ਇਸੇ ਕਰਕੇ ਤੇ ਮਾਲਕ ਜੀ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਉਹਨਾਂ ਨੇ ਤਤ ਦੀ ਸਾਰ ਜਾਣੀ ਹੋਈ ਨਹੀਂ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਗੁਰੂ ਤੋਂ ਬਿਨਾਂ ਤਤ ਦੀ ਸਾਰ ਕਿਵੇਂ ਜਾਣ ਲੈਂਦੇ? ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਜ਼ਿੰਦਗੀ ਗੁਜ਼ਰ ਗਈ ਨਾ, ਸਾਰੀ ਰਾਤ ਗੁਜ਼ਰ ਗਈ, ਪੜ੍ਹਿਆ ਜ਼ਰੂਰ ਸੀ ਧਾਰਮਿਕ ਗ੍ਰੰਥਾਂ ਨੂੰ, ਪਰ ਅਫਸੋਸ ਪੁੰਨ ਪਾਪ ਤੋਂ ਉੱਪਰਲੀ ਵਿਚਾਰ ਲੈ ਕੇ ਹੀ ਨਹੀਂ ਆਉਂਦੀ। ਇਦੋਂ ਅੱਗੇ ਸੋਚਿਆ ਹੀ ਨਹੀਂ ਅਸੀਂ। ਅੱਜ ਵੀ ਵੇਖ ਲਓ ਤੁਸੀਂ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲਿਆਂ ਨੇ ਚਾਹੀਦਾ ਤੇ ਇਹ ਸੀ ਕਿ ਧਾਰਮਿਕ ਗ੍ਰੰਥ ਪੜ੍ਹਿਆ, ਸਮਾਜ ਨੂੰ ਕੋਈ ਸਮਾਜ ਸੁਧਾਰਨ ਵਾਲੀ ਸਿੱਖਿਆ ਦਿੰਦੇ, ਸਮਾਜ ਵਿੱਚ ਕੋਈ ਉਸ ਤਰ੍ਹਾਂ ਦਾ ਕਰਮ ਕਰਦੇ ਜਿਹੜਾ ਸਮਾਜ ਨੂੰ ਸਵਾਰਦਾ। ਪਰ ਅਫਸੋਸ ਇਸ ਗੱਲ ਦਾ, ਧਾਰਮਿਕ ਗ੍ਰੰਥ ਪੜ੍ਹਨ ਤੇ ਵਿਚਾਰਨ ਵਾਲਿਆਂ ਨੇ ਸਮਾਜ ਨੂੰ ਪਾਪ ਤੇ ਪੁੰਨ ਤੋਂ ਉੱਪਰ ਉੱਠਣ ਹੀ ਨਹੀਂ ਦਿੱਤਾ। ਇੱਥੇ ਤੱਕ ਹੀ ਰੱਖ ਲਏ। ਆਹ ਕਰ ਲਓਗੇ ਪੁੰਨ ਲੱਗੇਗਾ, ਇੱਦਾਂ ਕਰ ਲਓਗੇ ਪਾਪ ਲੱਗੇਗਾ, ਤੇ ਜੇ ਪੁੰਨ ਕਰੋਗੇ ਫਿਰ ਸਵਰਗ ਮਿਲੇਗਾ, ਜੇ ਪਾਪ ਕਰੋਗੇ ਫਿਰ ਨਰਕ ਮਿਲੇਗਾ। ਇਦੋਂ ਗਾਂਹ ਜਾਣ ਹੀ ਨਹੀਂ ਦਿੱਤਾ ਸਮਾਜ ਨੂੰ। ਗਿਆ ਕਿਤੇ ਅੱਗੇ ਸਮਾਜ। ਨਿੱਕੇ ਨਿੱਕੇ ਬੱਚਿਆਂ ਨੂੰ ਪੁੱਛ ਕੇ ਵੇਖ ਲਓ, ਕਿਤੇ ਨਾ ਸਹਿਜ ਸੁਭਾਅ ਤੁਰੇ ਜਾਂਦੇ ਆ, ਪੈਰ ਥੱਲੇ ਕੀੜਾ ਵੀ ਆ ਜਾਏ ਨਾ, ਉਹ ਨਿੱਕਾ ਬੱਚਾ ਵੀ ਕਹਿੰਦਾ ਵੀ ਤੇਰੇ ਤੋਂ ਕਿੱਡਾ ਵੱਡਾ ਪਾਪ ਹੋ ਗਿਆ, ਅਗਲੇ ਜਨਮ ਚ ਨਾ ਹੁਣ ਤੂੰ ਕੀੜਾ ਬਣੇਗਾ ਤੇ ਤੈਨੂੰ ਇਹ ਆਪਣੇ ਪੈਰਾਂ ਥੱਲੇ ਲਤਾੜੇਗਾ। ਏਦਾਂ ਦੀ ਮੱਤ ਨਿੱਕੇ ਨਿੱਕੇ ਬੱਚਿਆਂ ਦੇ ਦਿਮਾਗ ਵਿੱਚ ਵੀ ਅਸੀਂ ਭਰਤੀ। ਬੜੀ ਚੰਗੀ ਗੱਲ ਹੈ ਕੋਲੇ ਦਇਆ ਦਾ ਹੋਣਾ। ਕਦੇ ਵੀ ਜੀਵ ਦਇਆ ਤੋਂ ਸਖਣਾ ਨਹੀਂ ਚਾਹੀਦਾ, ਪਰ ਜੇ ਸਹਿਜ ਸੁਭਾਏ ਤੁਰੇ ਜਾਂਦੇ ਆ, ਕੋਈ ਇਸ ਤਰ੍ਹਾਂ ਦੀ ਘਟਨਾ ਵਰਤ ਜਾਏ ਕਿ ਕੋਈ ਜੀਵ ਪੈਰਾਂ ਥੱਲੇ ਆ ਕੇ ਕਿਸੇ ਬੱਚੇ ਦੇ ਵੀ ਮਰ ਜਾਏ,
ਤੇ ਉਹ ਬੱਚਾ ਵੀ ਕਹਿਣ ਲੱਗ ਜਾਂਦਾ ਵੀ ਇੱਕ ਪਾਸੇ ਅਸੀਂ ਕਹੀ ਜਾਂਦੇ ਬੱਚੇ ਰੱਬ ਦੇ ਰੂਪ ਨੇ, ਰੱਬ ਨੂੰ ਵੀ ਪਾਪ ਲੱਗਦਾ। ਸਵਾਲ ਇੱਥੇ ਖੜਾ ਨਾ ਵੀ ਕੀ ਫਿਰ ਇਹਦਾ ਮਤਲਬ ਰੱਬ ਨੂੰ ਵੀ ਪਾਪ ਲੱਗਦਾ? ਨਹੀਂ, ਇਦੋਂ ਅਗਾਂਹ ਚੱਲੋ, ਕਿਉਂਕਿ ਇੱਕ ਸਰਕਲ ਹੈ, ਇੱਕ ਮਰੇਗਾ ਤੇ ਦੂਜਾ ਆਏਗਾ ਨਾ। ਜੇ ਇੱਕ ਜੀਵ ਮਰੇ ਹੀ ਨਾ, ਸਿਰਫ ਆਈ ਜਾਣ, ਸਮਾਜ ਕਿਵੇਂ ਚੱਲੇਗਾ? ਜਾਂ ਇਕੱਲੇ ਮਰੀ ਜਾਣ, ਦੂਜੇ ਆਉਣ ਹੀ ਨਾ, ਤਾਂ ਸਮਾਜ ਦਾ ਸਰਕਲ ਕਿਵੇਂ ਚੱਲੇਗਾ? ਅੱਜ ਸਾਡੀ ਹੋਂਦ ਕਿਉਂ ਹੈ? ਕਿਉਂਕਿ ਅੱਗੇ ਜੀਵਾਂ ਦੇ ਜਨਮ ਦੀ ਪ੍ਰਕਿਰਿਆ ਚੱਲ ਰਹੀ ਹੈ, ਤੇ ਸਾਡੇ ਮਗਰਲਾ ਪਿਛੋਕੜ ਬਜ਼ੁਰਗ ਸਾਡੇ ਉਹ ਚਲੇ ਗਏ, ਕਿਉਂਕਿ ਜੀਵਾਂ ਦੇ ਜਾਣ ਦੀ ਪ੍ਰਕਿਰਿਆ ਵੀ ਚੱਲ ਰਹੀ। ਜੇ ਇਕੱਲੀ ਆਉਣ ਦੀ ਪ੍ਰਕਿਰਿਆ ਚੱਲੀ ਜਾਂਦੀ ਹੁੰਦੀ, ਕਿੱਡਾ ਵੱਡਾ ਪਰਿਵਾਰ ਬਣ ਜਾਣਾ ਸੀ। ਅੱਜ ਜੀਵਾਂ ਦੇ ਆਉਣ ਔਰ ਜਾਣ ਦੀ ਪ੍ਰਕਿਰਿਆ ਦੋਵੇਂ ਚੱਲ ਰਹੀਆਂ, ਪਰ ਜਨਸੰਖਿਆ ਤੋਂ ਅੱਜ ਵੀ ਆਖਿਆ ਜਾ ਰਿਹਾ ਪਾਪੂਲੇਸ਼ਨ ਵਧੀ ਜਾਂਦੀ, ਪਾਪੂਲੇਸ਼ਨ ਵਧੀ ਜਾਂਦੀ। ਤੇ ਜੇ ਇਕੱਲੀ ਆਉਣ ਦੀ ਪ੍ਰਕਿਰਿਆ ਹੀ ਚੱਲੀ ਜਾਂਦੀ, ਜਾਣ ਦੀ ਨਾ ਚੱਲਦੀ, ਤੇ ਪਾਪੂਲੇਸ਼ਨ ਦਾ ਕੀ ਬਣਦਾ? ਇਸ ਲਈ ਆਉਣਾ ਔਰ ਜਾਣਾ, ਜੰਮਣਾ ਤੇ ਮਰਨਾ, ਮੌਤ ਔਰ ਜੀਵਨ ਰੱਬ ਦੇ ਹੱਥ ਵਿੱਚ ਹੈ, ਇਨਸਾਨ ਦੇ ਹੱਥ ਵਿੱਚ ਨਹੀਂ। ਬਸ ਇਹ ਹੈ ਕਿ ਇਨਸਾਨ ਇਸ ਗੱਲ ਨੂੰ ਸਮਝ ਲਏ, ਜਾਣ ਲਏ ਵੀ ਮੇਰੇ ਮਾਰਿਆਂ ਕਿਸੇ ਮਰਨਾ ਨਹੀਂ, ਮੇਰੇ ਰੱਖਿਆਂ ਕਿਸੇ ਰਹਿਣਾ ਨਹੀਂ। ਪਰ ਸਾਹਿਬ ਜੀ ਕਹਿੰਦੇ ਜੀਵ ਜਿਹੜਾ ਨਾ, ਇਹ ਗੁਰੂ ਤੋਂ ਸਖਣਾ ਹੋਣ ਕਰਕੇ ਅਸਲ ਵਿੱਚ ਤੱਤ ਨੂੰ, ਅਸਲੀਅਤ ਨੂੰ ਸਮਝ ਨਹੀਂ ਸਕਿਆ, ਤੱਤ ਤੋਂ ਸਖਣਾ ਹੀ ਰਹਿ ਗਿਆ। ਤੱਤ ਉਦਣ ਮਿਲੇਗਾ ਜਿੱਦਣ ਸਤਿਗੁਰ ਮਿਲੇ ਤਾਂ ਤੱਤ ਪਾਏ, ਉਦਣ ਤੱਤ ਮਿਲਿਆ। ਫਿਰ ਹਰਿ ਕਾ ਨਾਮ ਮਨ ਵਸਾਏ, ਫਿਰ ਹਰੀ ਪ੍ਰਮਾਤਮਾ ਦਾ ਨਾਮ ਜੀਵ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਸ਼ਬਦ ਮਰੈ, ਜਿਹੜਾ ਸ਼ਬਦ ਰਾਹੀਂ ਮਰ ਜਾਂਦਾ ਹੈ। ਮਨ ਮਾਰੈ ਆਪਣਾ, ਜਿਹੜਾ ਆਪਣੇ ਮਨ ਨੂੰ ਮਾਰ ਲੈਂਦਾ ਹੈ। ਮੁਕਤੀ ਕਾ ਦਰ ਪਾਵਣਿਆ, ਕਹਿੰਦੇ ਮੁਕਤੀ ਦੇ ਦਰਵਾਜ਼ੇ ਨੂੰ ਹਾਸਲ ਵੀ ਉਹੀ ਕਰਦਾ ਹੈ। ਮਤਲਬ ਸੰਸਾਰਕ ਬੰਧਨਾਂ ਤੋਂ ਖਲਾਸੀ ਉਸੇ ਦੀ ਹੁੰਦੀ ਹੈ ਜਿਹੜਾ ਸ਼ਬਦ ਦੇ ਰਾਹੀਂ ਆਪਣੇ ਆਪੇ ਨੂੰ, ਆਪਣੇ ਮਨ ਨੂੰ, ਆਪਣੀ ਹਉਮੈ ਨੂੰ, ਆਪਣੇ ਅਹੰਕਾਰ ਨੂੰ ਮਾਰ ਲੈਂਦਾ। ਮੁਕਤੀ ਕਾ ਦਰ ਪਾਵਣਿਆ, ਮੁਕਤੀ ਦੇ ਦਰਵਾਜ਼ੇ ਨੂੰ ਉਸੇ ਹਾਸਲ ਕੀਤਾ। ਕਿਲ ਵਿਖ ਕਟ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰਖੈ ਉਰ ਤਾਰੇ। ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਪੜ੍ਹ ਕੇ ਆਏ ਸਤਿਗੁਰ ਮਿਲੈ ਤਾਂ ਤਤ ਪਾਏ। ਆ ਗੁਰੂ ਨੂੰ ਮਿਲ ਕੇ ਆ ਤਤ ਮਿਲਦਾ। ਕੀ ਕਿਲ ਵਿਖ ਕੱਟ ਹੈ, ਉਹ ਆਪਣੇ ਸਾਰੇ ਪਾਪ ਕੱਟ ਲੈਂਦਾ, ਮਤਲਬ ਸਾਰੇ ਕਰਮਾਂ ਤੋਂ ਛੁਟਕਾਰਾ ਪਾ ਲੈਂਦਾ। ਕ੍ਰੋਧ ਨਿਵਾਰੈ, ਆਪਣੇ ਕ੍ਰੋਧ ਨੂੰ ਵੀ ਖਤਮ ਕਰ ਲੈਂਦਾ। ਜਾਂ ਇਉਂ ਕਹੀਏ ਜਿਹੜਾ ਆਪਣੇ ਭੈੜੇ ਕਰਮ ਛੱਡ ਦੇ, ਆਪਣੇ ਕ੍ਰੋਧ ਨੂੰ ਮਾਰ ਲਏ। ਕੌਣ ਮਾਰਦਾ ਹੈ? ਗੁਰ ਕਾ ਸ਼ਬਦ ਰਖੈ ਉਰ ਤਾਰੇ, ਜਿਹੜਾ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ 'ਚ ਧਾਰਨ ਕਰ ਲੈਂਦਾ। ਮਾੜੀ ਮੱਤ ਉਦਣ ਹੀ ਜਾਏਗੀ ਨਾ ਜਿੱਦਣ ਚੰਗੀ ਮੱਤ ਆਵੇਗੀ, ਤੇ ਜਿਹਦੇ ਕੋਲ ਚੰਗੀ ਮੱਤ ਨਹੀਂ ਹੈ ਉਹਦੇ ਕੋਲ ਕੀ ਹੈ? ਜਾਂ ਚੰਗਾ ਹੁੰਦਾ ਤੇ ਜਾਂ ਮਾੜਾ ਹੁੰਦਾ। ਜਿਹਦੇ ਕੋਲ ਚੰਗਾ ਹੋਵੇ ਉਹਦੇ ਕੋਲ ਮਾੜਾ ਨਹੀਂ ਹੁੰਦਾ, ਜਿਹਦੇ ਕੋਲ ਮਾੜਾ ਹੋਵੇ ਉਹਦੇ ਕੋਲ ਚੰਗਾ ਨਹੀਂ ਹੁੰਦਾ। ਜਿਹਦੇ ਕੋਲ ਚੰਗੀ ਮੱਤ ਹੈ ਅਸੀਂ ਉਹਨੂੰ ਇਹੀ ਕਹਾਂਗੇ ਬੜੀ ਚੰਗੀ ਮੱਤ ਹੈ, ਜਾਂ ਇਹ ਕਹਾਂਗੇ ਵੀ ਤੂੰ ਬੜੀ ਚੰਗੀ ਮਾੜੀ ਮੱਤ ਦਾ ਮਾਲਕ ਹੈ। ਨਹੀਂ, ਤੂੰ ਚੰਗੀ ਮੱਤ ਦਾ ਪਾਤਰ ਹੈ। ਤੇ ਜਿਹਦੇ ਕੋਲ ਚੰਗੀ ਮੱਤ ਨਹੀਂ ਉਹਦੀ ਮੱਤ ਭੈੜੀ ਹੈ, ਮਾੜੀ ਹੈ। ਤੇ ਸਾਹਿਬ ਕਹਿੰਦੇ ਜਿਹੜਾ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰ ਲੈਂਦਾ ਨਾ, ਔਰ ਧਾਰ ਲੈਂਦਾ, ਉਹ ਜੀਵ ਚੰਗੀ ਮੱਤ ਦਾ ਪਾਤਰ ਬਣ ਜਾਂਦਾ ਹੈ, ਉਹ ਚੰਗੀ ਸੋਚ ਦਾ ਪਾਤਰ ਬਣ ਜਾਂਦਾ। ਤੇ ਫਿਰ ਸੱਚ ਰੱਤੇ, ਉਹ ਸੱਚ ਵਿੱਚ ਰੱਤਿਆ ਜਾਂਦਾ, ਲੀਨ ਹੋ ਜਾਂਦਾ ਸੱਚ ਵਿੱਚ। ਤੇ ਜਿਹੜਾ ਸੱਚ ਵਿੱਚ ਰੱਤਿਆ ਜਾਏ ਸਦਾ ਬੈਰਾਗੀ, ਸਾਹਿਬ ਕਹਿੰਦੇ ਉਹ ਸਦੀਵ ਬੈਰਾਗੀ ਬਣ ਜਾਂਦਾ। ਬੈਰਾਗੀ ਤੋਂ ਭਾਵ ਵਿਕਾਰਾਂ ਤੋਂ ਉਪਰਾਮ ਹੋ ਜਾਣਾ, ਵੀ ਨਾ ਕੋਈ ਲਾਲਚ ਦਾ ਪ੍ਰਭਾਵ, ਨਾ ਕੋਈ ਕ੍ਰੋਧ ਦਾ ਪ੍ਰਭਾਵ, ਨਾ ਕੋਈ ਅਹੰਕਾਰ ਦਾ ਇਫੈਕਟ, ਨਾ ਕੋਈ ਮੋਹ ਨੇ ਆਪਣਾ ਪ੍ਰਭਾਵ ਪਾਇਆ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬੈਰਾਗਮਾਨ ਹੋ ਗਿਆ, ਬੈਰਾਗੀ ਬਣ ਗਿਆ, ਸਦਾ ਬੈਰਾਗੀ। ਕਿਉਂਕਿ ਹਉਮੈ ਮਾਰ, ਉਹਨੇ ਆਪਣੀ ਹਉਮੈ ਮਾਰ ਲਈ ਮਿਲਾਵਣਿਆ।
ਤੇ ਹਉਮੈ ਨੂੰ ਮਾਰ ਕੇ ਗੁਰੂ ਦੇ ਸ਼ਬਦ ਰਾਹੀਂ ਰੱਬ ਜੀ ਵਿੱਚ ਸਮਾ ਜਾਂਦਾ। ਰਹਾਉ ਦੀ ਪੰਕਤੀ ਕੀ ਸੀ? ਸੱਚ ਵਿੱਚ ਸਮਾਉਣਾ। ਤੇ ਸੱਚ ਵਿੱਚ ਉਦਣ ਸਮਾਵਾਂਗੇ ਜਿੱਦਣ ਸੱਚ ਵਰਗੇ ਬਣ ਜਾਾਂਗੇ। ਜਿਵੇਂ ਆਪਾਂ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਦੇ, ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਰੱਬ ਦੇ ਘਰ ਵੱਲ ਨੂੰ ਚੱਲਣ ਵਾਸਤੇ ਅਲੱਗ-ਅਲੱਗ ਸਟੈਪ ਨੇ, ਅਲੱਗ-ਅਲੱਗ ਕਦਮ ਨੇ। ਕਿਉਂਕਿ ਇੱਕੋ ਦਮ ਅਸੀਂ ਕਵਾਂਗੇ ਵੀ ਸੱਚ ਦਾ ਪੁਜਾਰੀ ਬਣ ਜਾ ਤੇ ਨਹੀਂ ਬਣਿਆ, ਹੌਲੀ ਹੌਲੀ ਤਬਦੀਲੀ ਆਏਗੀ। ਪਹਿਲੋਂ ਭਗਤ ਕਬੀਰ ਸਾਹਿਬ ਕਹਿੰਦੇ ਰੋੜਾ ਹੋਏ ਰਹੋ ਬਾਟਕਾ, ਮਾਰਗ ਦਾ ਰੋੜਾ ਬਣ ਜਾ, ਕਿਉਂਕਿ ਰੋੜੇ ਵਰਗਾ ਨੀਵਾਂ ਕੋਈ ਨਹੀਂ। ਤਜ ਮਨ ਕਾ ਅਭਿਮਾਨ, ਆਪਣੇ ਮਨ ਦਾ ਹੰਕਾਰ ਛੱਡ ਦੇ। ਐਸਾ ਕੋਈ ਦਾਸ ਹੋਏ, ਕਹਿੰਦੇ ਜੇ ਕੋਈ ਇਦਾਂ ਦਾ ਸੇਵਕ ਬਣ ਜਾਏ ਤਾਹੇ ਮਿਲੇ ਭਗਵਾਨ, ਉਹਨੂੰ ਫਿਰ ਅਕਾਲ ਪੁਰਖ ਪਰਮੇਸ਼ਵਰ ਭਗਵਾਨ ਮਿਲ ਜਾਂਦਾ। ਮਕਸਦ ਕੀ ਹੈ? ਰੱਬ ਨੂੰ ਹਾਸਲ ਕਰਨਾ। ਕਹਿੰਦੇ ਜਿਹੜਾ ਰੋੜਾ ਬਣ ਗਿਆ, ਮਤਲਬ ਰੋੜੇ ਵਰਗਾ ਬਣ ਗਿਆ, ਉਹਨੂੰ ਭਗਵਾਨ ਮਿਲ ਗਿਆ। ਫਿਰ ਅਗਲਾ ਪੱਖ ਵੇਖਿਆ, ਕਹਿੰਦੇ ਰੋੜਾ ਹੁਆ ਤਾਂ ਕਿਆ ਪਿਆ। ਭਗਤ ਕਬੀਰ ਸਾਹਿਬ, ਇਹ ਸਾਰੇ ਸ਼ਲੋਕ ਇਕੱਠੇ ਹੀ ਨੇ। ਕਬੀਰ ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕਉ ਦੁੱਖ ਦੇ। ਪਰ ਸੱਜਣਾ ਰੋੜੇ ਵਰਗਾ ਸੁਭਾਵ ਵੀ ਚੰਗਾ ਨਹੀਂ, ਕਿਉਂਕਿ ਰੋੜਾ ਵੀ ਨਾ ਵੱਡੇ ਛੋਟੇ ਨੂੰ ਵੇਖ ਲੈਂਦਾ ਹੈ। ਉਹ ਵੀ ਵੱਡਾ ਛੋਟਾ ਵੇਖਦਾ ਹੈ। ਉਹ ਵੱਡਾ ਛੋਟਾ ਇਦਾਂ ਵੇਖਦਾ, ਜਿਹੜਾ ਤੇ ਆਵੇ ਬੂਟ ਪਾ ਕੇ ਐ ਚੰਗੇ ਵਧੀਆ ਠੁੱਡਾ ਮਾਰੇ ਤੇ ਰੋੜਾ ਰੁੜਿਆ ਜਾਂਦਾ ਹੈ। ਤੇ ਜੇ ਕੋਈ ਨੰਗੇ ਪੈਰੀ ਆਵੇ, ਉਹ ਭਾਵੇਂ ਰੋੜੇ ਨੂੰ ਠੁੱਡਾ ਨਾ ਵੀ ਮਾਰੇ, ਜੇ ਕਿਤੇ ਸਹਿਜ ਸੁਭਾਅ ਵੀ ਉਹਦਾ ਪੈਰ ਰੋੜੇ ਤੇ ਰੱਖਿਆ ਗਿਆ ਨਾ, ਤੇ ਉਹਦੇ ਪੈਰ ਵਿੱਚ ਹੀ ਖੁੱਭ ਜਾਂਦਾ। ਇਸ ਲਈ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕਉ ਦੁੱਖ ਦੇ। ਤੂੰ ਤੇ ਰਾਹਗੀਰ ਨੂੰ ਦੁੱਖ ਦਿੱਤਾ ਹੈ। ਹਰ ਜਨ ਨੂੰ ਐਸਾ ਚਾਹੀਏ, ਕਹਿੰਦੇ ਰੱਬ ਦਾ ਸੇਵਕ ਤੇ ਇਦਾਂ ਦਾ ਚਾਹੀਦਾ, ਜਿਉਂ ਧਰਨੀ ਮੈਂ ਖੇ, ਜਿਵੇਂ ਧਰਤੀ ਉੱਤੇ ਖੇ ਹੁੰਦੀ। ਕਿਉਂਕਿ ਖੇ ਜਿਹੜੀ ਨਾ, ਉਹ ਕਿਸੇ ਦੇ ਪੈਰਾਂ 'ਚ ਚੁੱਭਦੀ ਨਹੀਂ ਹੈ। ਭਾਵੇਂ ਕੋਈ ਨੰਗੇ ਪੈਰੀ ਆਵੇ, ਭਾਵੇਂ ਕੋਈ ਬੂਟ ਪਾ ਕੇ ਆਵੇ, ਭਗਤ ਕਬੀਰ ਸਾਹਿਬ ਕਹਿੰਦੇ ਖੇ ਬਣਦਾ। ਫਿਰ ਉਹਨਾਂ ਦੂਜਾ ਪੱਖ ਰੱਖਿਆ। ਜਦੋਂ ਉਹਨਾਂ ਵੇਖਿਆ ਵੀ ਇੱਕ ਇਨਸਾਨ ਐਨ ਚੰਗੀ ਤਰ੍ਹਾਂ ਲਿਸ਼ਕ ਕੇ, ਚੰਗੀ ਤਰ੍ਹਾਂ ਨਹਾ ਧੋ ਕੇ, ਐ ਚੰਗੇ ਸੋਹਣੇ ਵਸਤਰ ਪਾ ਕੇ ਤੁਰਿਆ ਜਾਂਦਾ, ਹਵਾ ਚੱਲੀ, ਮਿੱਟੀ ਨੇ ਸਾਰਾ ਕੁਝ ਹੀ ਭਰਤਾ। ਉਹਦਾ ਸਿਰ ਵੀ ਮਿੱਟੀ ਨਾਲ ਭਰ ਗਿਆ, ਦਸਤਾਰ ਵੀ ਗੰਦੀ ਹੋ ਗਈ, ਉਹਦੇ ਕੱਪੜੇ ਵੀ ਮਿੱਟੀ ਨਾਲ ਭਰ ਗਏ। ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਖੇ ਹੋਈ ਤਾਂ ਕਿਆ ਪਿਆ, ਕੀ ਖੱਟ ਲਿਆ। ਜੋ ਉੱਡ ਲਾਗੇ ਅੰਗ, ਜਿਹੜੀ ਉੱਡ ਕੇ ਅੰਗਾਂ ਨੂੰ ਭਰ ਦਿੰਦੀ ਹੈ, ਕੱਪੜੇ ਤੱਕ ਮੈਲੇ ਕਰ ਦਿੰਦੀ ਹੈ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਰੱਬ ਦਾ ਪਿਆਰਾ ਤਾਂ ਇਦਾਂ ਦੇ ਚਾਹੀਦਾ ਜਿੱਦਾਂ ਦਾ ਪਾਣੀ ਹੈ, ਕਿਉਂਕਿ ਪਾਣੀ ਕਿਸੇ ਨੂੰ ਮੈਲਾ ਨਹੀਂ ਕਰਦਾ। ਪਾਣੀ ਹਮੇਸ਼ਾ ਨਿਰਮਲਤਾ ਹੀ ਦਿੰਦਾ, ਪਾਣੀ ਹਮੇਸ਼ਾ ਮੈਲ ਲਾਉਂਦਾ ਹੈ। ਤੇ ਪਾਣੀ ਦਾ ਸੁਭਾਵ ਹੈ, ਪਾਣੀ ਚੱਲੇ ਨਿਵਾਣ ਵੱਲ, ਉਹ ਹਮੇਸ਼ਾ ਨੀਵੇਂ ਵੱਲ ਚੱਲਦਾ। ਉੱਪਰ ਨੂੰ ਪਾਣੀ ਉਦੋਂ ਜਾਂਦਾ ਜਦੋਂ ਇਨਸਾਨ ਆਪ ਪਾਣੀ ਉੱਪਰ ਪਾਸੇ ਲੈ ਕੇ ਜਾਂਦਾ ਹੈ, ਪਰ ਪਾਣੀ ਦਾ ਸੁਭਾਵ ਹੈ ਉਹ ਸਦਾ ਨੀਵੇਂ ਵਾਲੇ ਪਾਸੇ ਜਾਂਦਾ। ਦੋਵੇਂ ਚੀਜ਼ਾਂ ਹੋ ਗਈਆਂ, ਨੀਵਾਂਪਨ ਵੀ ਆ ਗਿਆ, ਪੰਥੀ ਨੂੰ ਦੁੱਖ ਦੇਣਾ ਵੀ ਛੱਡਤਾ, ਕਿਸੇ ਨੂੰ ਗੰਦਲਾ ਕਰਨਾ ਵੀ ਛੱਡਤਾ। ਹੁਣ ਸਿਰਫ ਸਫਾਈ ਦਿੰਦਾ। ਪਰ ਬਾਬਾ ਜੀ ਕਹਿੰਦੇ ਸੁਭਾਵ ਤੇ ਤੇਰਾ ਵੀ ਦੋ ਤਰ੍ਹਾਂ ਦੇ ਹੀ ਨੇ, ਕਦੇ ਤੱਤਾ ਹੋ ਜਾਣਾ, ਕਦੇ ਠੰਡਾ ਹੋ ਜਾਣਾ। ਸਰਦੀ ਆਈ ਬੜਾ ਠੰਡਾ ਹੋ ਗਿਆ, ਗਰਮੀ ਆਈ ਬੜਾ ਗਰਮ ਹੋ ਗਿਆ, ਤੱਤਾ ਹੋ ਗਿਆ। ਦੋਵੇਂ ਤੇ ਆਪਾਂ ਆਪ ਅਨੁਭਵ ਕਰਦੇ ਇਹਨਾਂ ਚੀਜ਼ਾਂ ਨੂੰ। ਗਰਮੀ ਦੇ ਮੌਸਮ ਵਿੱਚ ਪਾਣੀ ਨੂੰ ਹੱਥ ਲਾਓ ਐ ਤੱਤਾ, ਸਿਆਲ ਦੇ ਮੌਸਮ 'ਚ ਹੱਥ ਲਾਓ ਤੇ ਹੱਥ ਲਾਉਣ ਤੋਂ ਵੀ ਡਰ ਲੱਗਦਾ ਵੀ ਬੜਾ ਠੰਡਾ। ਫਿਰ ਬਾਬਾ ਜੀ ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਕੀ ਹੋਇਆ ਜੇ ਪਾਣੀ ਬਣ ਕਦੇ ਤੱਤਾ ਕਦੇ ਠੰਡਾ। ਮਤਲਬ ਜੇ ਸਿਆਲ ਵਿੱਚ ਹੱਥ ਲਾਇਆ ਤਾਂ ਵੀ ਦੁੱਖ ਦੇਏਗਾ, ਗਰਮੀ 'ਚ ਹੱਥ ਲਾਇਆ ਤਾਂ ਵੀ ਦੁੱਖ ਦੇਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਪਿਆਰਾ ਤੇ ਇਦਾਂ ਦਾ ਚਾਹੀਦਾ ਜਿੱਦਾਂ ਦਾ ਰੱਬ ਆਪ ਹੈ। ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ, ਉਹ ਕਦੇ ਕਿਸੇ ਨੂੰ ਤਕਲੀਫ ਨਹੀਂ ਦਿੰਦਾ। ਤੇ ਸੱਚ ਵਿੱਚ ਉਦਣ ਹੀ ਸਮਾਵਾਂਗੇ ਜਿੱਦਣ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਜਿੱਦਣ ਉਹਦੇ ਵਰਗੇ ਬਣ ਗਏ ਉਦਣ ਹੀ ਉਹਦੇ ਵਿੱਚ ਲੀਨਤਾ ਮਿਲੇਗੀ। ਇਸ ਕਰਕੇ ਸਾਹਿਬ ਜੀ ਕਹਿੰਦੇ ਆਪਣੀ ਜ਼ਿੰਦਗੀ ਚੋਂ ਕਿਲਵੇਖ ਕੱਟ, ਕ੍ਰੋਧ ਨਿਵਾਰ, ਗੁਰੂ ਕੇ ਸ਼ਬਦ ਨੂੰ ਹਿਰਦੇ 'ਚ ਧਾਰ। ਸੱਚ ਨਾਲ ਜਿੱਦਣ ਰਤਿਆ ਜਾਏਗਾ ਵੈਰਾਗੀ ਬਣ ਜਾਏਗਾ, ਤੇ ਵੈਰਾਗੀ ਬਣ ਕੇ ਹਉਮੈ ਨੂੰ ਜਦੋਂ ਖਤਮ ਕਰੇਗਾ ਤੇ ਸੱਚ ਵਿੱਚ ਲੀਨ
ਹੋ ਜਾਵੇਗਾ। ਇਸ ਪ੍ਰਕਾਰ ਸਾਹਿਬ ਜੀ ਪਹਿਲੇ 4 ਪਦਿਆਂ ਦੇ ਰਾਹੀਂ ਸਾਨੂੰ ਉਪਦੇਸ਼ ਦਿੰਦੇ ਸੱਚ ਵਿੱਚ ਸਮਾਉਣ ਦਾ। ਉਦਣ ਹੀ ਸਮਾਵਾਂਗੇ ਜਿੱਦਣ ਗੁਰੂ ਦਰਸਾਏ ਮਾਰਗ ਤੇ ਅਸੀਂ ਚੱਲ ਪਵਾਂਗੇ। ਤੇ ਗੁਰੂ ਅੱਗੇ ਆਪਾਂ ਅਰਦਾਸ ਤੇ ਅਰਜ਼ੋਈ ਕਰਦੇ ਰਿਹਾ ਕਰੀਏ ਵੀ ਮਾਲਕ ਜੀ ਕਿਰਪਾ ਕਰੋ, ਸਾਨੂੰ ਵੀ ਭੁੱਲਣਹਾਰ ਜੀਵਾਂ ਨੂੰ ਆਪ ਜੀ ਆਪਣੀ ਰਹਿਮਤ ਕਰਕੇ ਸਿੱਧੇ ਮਾਰਗ ਦੇ ਉੱਤੇ ਤੋਰੋ, ਤਾਂ ਜੋ ਉਸ ਮਾਰਗ ਤੇ ਚੱਲਦਿਆਂ ਅਸੀਂ ਆਪਣੇ ਜੀਵਨ ਸਫਲ ਕਰਕੇ ਜਾਈਏ ਤੇ ਅਸੀਂ ਵੀ ਸੱਚ ਵਿੱਚ ਲੀਨਤਾ ਹਾਸਲ ਕਰ ਸਕੀਏ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਮੰਨ ਕਰਕੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਕਿਲ ਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰਖੈ ਉਰ ਤਾਰੇ। ਸਚ ਰਤੇ ਸਦਾ ਬੈਰਾਗੀ, ਹਉ ਮੈਂ ਮਾਰ ਮਿਲਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।